ਧੰਨ ਵਾਹਿਗੁਰੂ ਜੀ। ਸੋਰਠ ਮਹਲਾ ਨੌਵਾਂ। ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ। ਚੋਟੀ ਕਾਲ ਗਹੀ, ਮਨ ਕੀ ਮਨ ਹੀ ਮਾਹੇ ਰਹੀ, ਨਾ ਹਰ ਭਜੇ ਨਾ ਤੀਰਥ ਸੇਵੇ। ਚੋਟੀ ਕਾਲ ਗਹੀ ਰਹਾ, ਦਾਰਾ ਮੀਤ ਪੂਤ ਰਥ ਸੰਪਤ, ਧਨ ਪੂਰਨ ਸਭ ਮਹੀ। ਅਵਰ ਸਗਲ ਮਿਥਿਆ ਏ ਜਾਨੋ, ਭਜਨ ਰਾਮ ਕੋ ਸਹੀ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ। ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ। ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਸੱਜੇ ਹੋਏ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਤਿਗੁਰੂ ਦੀ ਮੁਬਾਰਕ ਬਾਣੀ ਪਾਠ ਅਤੇ ਕੀਰਤਨ ਦੇ ਰੂਪ ਵਿੱਚ ਸਤਿਗੁਰੂ ਦੇ ਪਾਵਨ ਉਪਦੇਸ਼ ਨਾਲ ਸਾਂਝ ਬਣਾ ਕੇ ਆਪ ਜੀ ਗੁਰੂ ਮਹਾਰਾਜ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਰਹੇ ਸੀ। ਆਪ ਜੀ ਨੇ ਨੌਵੇਂ ਪਾਤਸ਼ਾਹ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜੋ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਕ ਨੰਬਰ 631 ਉੱਪਰ ਰਾਗ ਸੋਰਠ ਦੇ ਵਿੱਚ ਇਹ ਪਾਵਨ ਸ਼ਬਦ ਜੋ ਦਰਜ ਹੈ, ਪਾਠ ਦੇ ਰੂਪ ਵਿੱਚ ਆਪ ਜੀ ਨੇ ਸ਼ਰਵਣ ਕੀਤਾ ਹੈ। ਤੀਸਰੇ ਪਾਤਸ਼ਾਹ ਮਹਾਰਾਜ ਮਨ ਦੇ ਸੁਭਾਅ ਬਾਰੇ ਇੱਕ ਪੰਕਤੀ ਵਿੱਚ ਬੜਾ ਸੁੰਦਰ ਵਰਣਨ ਕਰਦੇ ਨੇ। ਹਜ਼ੂਰ ਆਖਦੇ ਨੇ, ਮਨ ਕੇ ਅਦਕ ਤਰੰਗ ਕਿਉਂ ਦਰ ਸਾਹਿਬ ਛੁੱਟੀ ਹੈ। ਇਸ ਦਾ ਭਾਵ ਹੈ, ਮਨ ਅੰਦਰ ਕਈ ਤਰ੍ਹਾਂ ਦੇ ਫੁਰਨਿਆਂ ਦੀਆਂ ਤਰੰਗਾਂ ਉੱਠਦੀਆਂ ਹਨ। ਉਹ ਫੁਰਨੇ ਜਿਹੜੇ ਸਵਾਰਥ ਤੋਂ ਪ੍ਰੇਰਿਤ ਨੇ, ਉਹ ਫੁਰਨੇ ਜਿਹੜੇ ਤ੍ਰਿਸ਼ਨਾ ਤੋਂ ਪ੍ਰੇਰਿਤ ਨੇ, ਵਿਕਾਰੀ ਭਾਵਨਾਵਾਂ ਤੋਂ ਪ੍ਰੇਰਿਤ ਨੇ, ਐਸੇ ਫੁਰਨੇ ਮੇਰੇ ਮਨ ਅੰਦਰ ਤਰੰਗਾਂ ਵਾਂਗ ਉੱਠਦੇ ਨੇ। ਜਿਵੇਂ ਹਵਾ ਦਾ ਵੇਗ ਹੁੰਦਾ ਹੈ ਨਾ, ਆਪਾਂ ਪਾਣੀ ਦੇ ਉੱਤੇ ਲਹਿਰਾਂ ਉੱਠਦੀਆਂ, ਤਰੰਗਾਂ ਪੈਂਦੀਆਂ ਹੋਈਆਂ ਵੇਖਦੇ ਹਾਂ। ਪਾਣੀ ਦਾ ਸਭ ਤੋਂ ਉੱਪਰਲਾ ਪਾਸਾ ਜਿਹੜਾ ਹਵਾ ਦੇ ਵੇਗ ਨਾਲ ਹਿੱਲਦਾ ਹੈ,
ਔਰ ਨਿੱਕੀਆਂ ਵੱਡੀਆਂ ਲਹਿਰਾਂ ਉੱਠਦੀਆਂ ਨੇ, ਛੋਟੀਆਂ ਛੋਟੀਆਂ ਤਰੰਗਾਂ ਜੀਆਂ ਪਾਣੀ ਉੱਤੇ ਪੈਂਦੀਆਂ ਨੇ। ਉਹ ਹਿਲਜੁਲ ਜਿਹੜੀ ਉਹ ਹਵਾ ਦੇ ਵੇਗ ਕਰਕੇ ਹੈ, ਜਿਹੜੀ ਪਾਣੀ ਦੇ ਤਲ ਉੱਤੇ ਹੁੰਦੀ ਹੈ। ਅਸੀਂ ਦਰਖਤ ਦੇ ਪੱਤਿਆਂ ਨੂੰ ਹਿਲਦਿਆਂ ਹੋਇਆਂ ਜਿੰਨਾ ਕੁ ਹਵਾ ਦਾ ਵੇਗ ਹੋਏਗਾ, ਉਹਨਾਂ ਕੁ ਸਾਨੂੰ ਦਰਖਤਾਂ ਦੇ ਪੱਤੇ ਹਿਲਦੇ ਤੇ ਆਵਾਜ਼ ਕਰਦੇ ਹੋਏ ਸੁਣਾਈ ਤੇ ਵਿਖਾਈ ਦੇਣਗੇ। ਤਰੰਗ ਦਾ ਭਾਵ ਹੈ ਮਨ ਦੇ ਅੰਦਰ ਉੱਠਦੇ ਹੋਏ ਫੁਰਨਿਆਂ ਦੇ ਜਿਹੜੇ ਭਾਵ ਨੇ, ਮਨ ਕੇ ਅਧਿਕ ਤਰੰਗ। ਤੇ ਸਾਹਿਬ ਤੀਸਰੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਜੇ ਇਹ ਫੁਰਨੇ, ਵੈਸੇ ਮਨ ਹੈ ਹੀ ਫੁਰਨਿਆਂ ਦਾ ਘਰ, ਚੇਤੇ ਵਿੱਚ ਰੱਖਣਾ, ਤੇ ਜੇ ਇਹ ਫੁਰਨੇ ਸਵਾਰਥ ਤੋਂ ਪ੍ਰੇਰਿਤ ਨੇ, ਈਰਖਾ ਤੋਂ ਪ੍ਰੇਰਿਤ ਨੇ, ਦਵੈਸ਼ ਤੋਂ ਪ੍ਰੇਰਿਤ ਨੇ, ਤ੍ਰਿਸ਼ਨਾ ਤੋਂ ਪ੍ਰੇਰਿਤ ਨੇ, ਤੇ ਸਤਿਗੁਰੂ ਆਖਦੇ ਨੇ ਫਿਰ ਤੂੰ ਮਾਲਕ ਦੇ ਦਰ ਤੇ ਸੁਰਖਰੂ ਨਹੀਂ ਹੋ ਸਕਦਾ। ਫਿਰ ਭਾਵੇਂ ਤੂੰ ਬਾਹਰੋਂ ਜਿਹੋ ਜਿਹਾ ਮਰਜ਼ੀ ਦਿਸਦਾ ਹੋਵੇ, ਬਾਹਰੋਂ ਤੂੰ ਕਿਹੋ ਜਿਹੇ ਵੀ ਵਿਖਾਵੇ ਦੇ ਕਰਮ ਕਰਦਾ ਹੋਵੇ, ਫਿਰ ਤੇਰਾ ਛੁਟਕਾਰਾ ਉਸ ਸੱਚੇ ਦਰ ਤੇ ਹੋ ਨਹੀਂ ਸਕਦਾ, ਕਿਉਂਕਿ ਉੱਥੇ ਵਿਖਾਵੇ ਕੰਮ ਨਹੀਂ ਆਉਣਗੇ, ਉੱਥੇ ਦਾਅਵੇ ਕੰਮ ਨਹੀਂ ਆਉਣਗੇ। ਹੁਣ ਕਦੇ ਤੁਸੀਂ ਵੇਖਣਾ, ਬੰਦਾ ਘੰਟਿਆਂ ਬੱਧੀ ਆਪਣੇ, ਸਾਡੇ ਅੰਦਰ ਫੁਰਨੇ ਜਿਹੜੇ ਪੈਦਾ ਹੁੰਦੇ ਨੇ ਲਗਾਤਾਰ, ਜੇ ਬੰਦਾ ਆਪਣੇ ਅੰਤਰਾਤ ਝਾਤ ਮਾਰ ਕੇ ਵੇਖੇ ਵੀ ਮੈਂ ਕਿਸ ਦਿਸ਼ਾ ਵਿੱਚ ਸਫ਼ਰ ਕਰ ਰਿਹਾ। ਸਫ਼ਰ ਇਕੱਲਾ ਫਿਜ਼ੀਕਲੀ ਸਰੀਰ ਨਾਲ ਹੀ ਨਹੀਂ ਹੁੰਦਾ, ਖਿਆਲਾਂ ਨਾਲ ਵੀ ਹੁੰਦਾ ਹੈ। ਅਸੀਂ ਉਹ ਸਾਖੀ ਜਿਸ ਵੇਲੇ ਸੁਣਦੇ ਤਾਂ ਉਹਦਾ ਭਾਵ ਸਮਝਣ ਦੀ ਸਾਨੂੰ ਜ਼ਰੂਰਤ ਹੈ। ਅਸੀਂ ਸਾਖੀ ਸਾਹਿਤ ਦੇ ਵਿੱਚੋਂ ਭਾਵ ਨੂੰ ਗ੍ਰਹਿਣ ਕਰਨਾ ਹੁੰਦਾ ਹੈ। ਤਸਵੀਰ ਨਾ ਵੇਖੀਏ ਤੇ ਇਕੱਲਾ ਫਰੇਮ ਫੜ ਕੇ ਬਹਿ ਜਾਈਏ, ਉਹਦਾ ਕੋਈ ਬਹੁਤਾ ਲਾਭ ਨਹੀਂ ਹੁੰਦਾ। ਗੁਰੂ ਨਾਨਕ ਮਹਾਰਾਜ ਪਾਤਸ਼ਾਹ ਜਿਸ ਵੇਲੇ ਸੁਲਤਾਨਪੁਰ ਦੀ ਧਰਤੀ ਤੇ ਕਾਜ਼ੀ ਨੂੰ ਅਤੇ ਨਵਾਬ ਦੌਲਤ ਖਾਨ ਨੂੰ ਆਖਦੇ ਨੇ ਵੀ ਤੁਸੀਂ ਨਮਾਜ਼ ਪੜ੍ਹੀ ਕਿੱਥੇ ਹੈ, ਕਿਹਨੇ ਪੜ੍ਹੀ ਹੈ, ਉਹਦਾ ਭਾਵ ਮਹਾਰਾਜ ਦਾ ਇਹ ਸਮਝਾਉਣ ਦਾ ਸੀ ਕਿ ਮਨ ਜਿਹੜਾ ਹੈ ਨਾ, ਮਨ ਉਹਦਾ ਸਫ਼ਰ ਕਿਸੇ ਹੋਰ ਪਾਸੇ ਹੈ ਤੇ ਤਨ ਦਾ ਸਫ਼ਰ ਕਿਸੇ ਹੋਰ ਪਾਸੇ। ਸਾਰੀ ਦੁਨੀਆ ਦੀ ਤੇ ਸਾਰੇ ਮਜ਼ਹਬਾਂ ਦੇ ਅੰਦਰ ਪ੍ਰੈਕਟਿਸ ਤੇ ਅਭਿਆਸ ਕਰਨ ਵਾਲੇ ਬੰਦਿਆਂ ਦੀ ਮੁਸ਼ਕਿਲ ਹੀ ਇੱਥੇ ਖੜੀ। ਸਰੀਰ ਕਿਸੇ ਅਭਿਆਸ ਵਿੱਚ ਲੱਗਾ ਹੋਇਆ, ਮਨ ਕਿਸੇ ਪਾਸੇ ਸਫ਼ਰ ਕਰ ਰਿਹਾ। ਛੁੱਟਣਾ ਤੇ ਮਨ ਦੇ ਸਫ਼ਰ ਕਰਕੇ ਹੈ। ਜੇ ਮਨ ਦਾ ਸਫ਼ਰ ਗਲਤ ਦਿਸ਼ਾ ਵਿੱਚ ਹੋ ਰਿਹਾ ਤੇ ਤਨ ਜਿਹੜਾ ਹੈ, ਸਰੀਰ ਜਿਹੜਾ ਹੈ, ਉਹ ਵਿਖਾਵੇ ਦੀ ਇਬਾਦਤ ਕਰ ਰਿਹਾ, ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਤੁਹਾਡਾ ਅਸਲ ਕਰਮ ਤੁਹਾਡਾ ਮਨ ਮਿਥੇਗਾ, ਤਨ ਨਹੀਂ ਮਿਥ ਸਕਦਾ। ਜੇ ਸੱਚਮੁੱਚ ਤਨ ਦੇ ਬਾਹਰੀ ਕਰਮ ਨਾਲ ਛੁਟਕਾਰਾ ਹੋ ਸਕਦਾ ਹੁੰਦਾ ਤਾਂ ਫਿਰ ਇਹਦਾ ਮਤਲਬ ਹੈ ਜੇ ਮੇਰੇ ਵਰਗਾ ਇਨਸਾਨ ਧਾਰਮਿਕ ਪਹਿਰਾਵਾ ਪਾ ਕੇ ਚੋਰੀ ਕਰੇ ਤੇ ਜਾਇਜ਼ ਹੋ ਜਾਣਾ ਚਾਹੀਦਾ, ਠੱਗੀ ਮਾਰੇ ਫਿਰ ਤਾਂ ਉਹਨੂੰ ਧਰਮ ਦੀ ਦੁਨੀਆ ਵਿੱਚ ਮਾਨਤਾ ਮਿਲਣੀ ਚਾਹੀਦੀ ਹੈ, ਕਿਉਂਕਿ ਤਨ ਨਾਲ ਕੀਤਾ। ਤਨ ਤੇ ਪਹਿਰਾਵਾ ਕੁਝ ਹੋਰ ਹੈ। ਨਹੀਂ, ਸਤਿਗੁਰੂ ਮਹਾਰਾਜ ਨੇ ਉੱਥੇ ਇਹ ਵੀ ਕਰਮ ਮਿਥਿਆ ਵੀ ਅਸੀਂ ਜਿਹੜੇ ਸਰੀਰ ਰਾਹੀਂ ਕਰਮ ਕਰਨੇ ਨੇ ਨਾ, ਅਭਿਆਸ, ਉਹਨਾਂ ਦਾ ਦੋ ਬੈਨੀਫਿਟ ਸਾਨੂੰ ਹੋਣੇ ਚਾਹੀਦੇ ਨੇ। ਫਿਰ ਮੰਨਿਆ ਜਾਏਗਾ ਵੀ ਉਹ ਕਰਮ ਤੇਰਾ ਸਹੀ। ਇੱਕ ਤਾਂ ਉਹ ਤੇਰੇ ਮਨ ਨੂੰ ਚੰਗੀ ਦਿਸ਼ਾ ਵੱਲ ਮੋੜਦਾ ਹੋਵੇ, ਮਨ ਨੂੰ ਸਵਾਰਨ ਲਈ ਕੀਤਾ ਜਾ ਰਿਹਾ ਉਦਮ ਹੋਵੇ, ਤੇ ਸੱਚਮੁੱਚ ਹੀ ਉਹਦਾ ਪ੍ਰਭਾਵ ਮਨ ਤੇ ਚੰਗਾ ਪੈਂਦਾ ਹੋਵੇ ਤੇ ਮਨ ਦੇ ਫੁਰਨਿਆਂ ਵਿੱਚ ਤਬਦੀਲੀ ਆਉਂਦੀ ਹੋਵੇ। ਤੇ ਦੂਜਾ, ਉਹਦਾ ਤੇਰੇ ਆਲੇ ਦੁਆਲੇ ਨੂੰ ਕੋਈ ਲਾਭ, ਕੋਈ ਫਾਇਦਾ ਹੁੰਦਾ ਹੋਵੇ, ਮਾਨਵਤਾ ਨੂੰ ਉਹਦਾ ਕੋਈ ਲਾਭ ਪਹੁੰਚਦਾ ਹੋਵੇ। ਤੇ ਜਿਹੜਾ ਕਰਮ ਇਹ ਦੋ ਸ਼ਰਤਾਂ ਪੂਰੀਆਂ ਨਹੀਂ ਕਰਦਾ, ਉਹ ਕਰਮ ਕਾਂਡ ਹੈ, ਉਹਦਾ ਕੋਈ ਲਾਭ ਨਹੀਂ। ਉਹ ਅਸੀਂ ਬਹੁਤ ਕਰਦੇ ਹਾਂ ਔਰ ਚੱਲਦੇ ਆ ਰਹੇ ਨੇ ਔਰ ਦੁਨੀਆ ਕਰੀ ਵੀ ਜਾ ਰਹੀ ਹੈ। ਸਾਹਿਬ ਸਤਿਗੁਰੂ ਮਹਾਰਾਜ ਨੇ ਆਖਿਆ, ਮਨ ਦੀਆਂ ਉਹ ਜਿਹੜੀਆਂ ਤਰੰਗਾਂ ਨੇ, ਵਾਸ਼ਨਾਵਾਂ ਨੇ ਜਿਹੜੀਆਂ, ਉਹ ਲਗਾਤਾਰ ਮਨ ਉਸ ਦਿਸ਼ਾ ਵਿੱਚ ਸਫ਼ਰ ਕਰਦਾ ਤੇ ਚਾਹੁੰਦਾ ਹੈ। ਜਿਹੋ ਜਿਹਾ ਫੁਰਨਾ ਮਨ ਅੰਦਰ ਸਵਾਰਥ ਤੋਂ ਪ੍ਰੇਰਿਤ ਹੋਵੇ, ਤ੍ਰਿਸ਼ਨਾ ਤੋਂ ਪ੍ਰੇਰਿਤ ਉੱਠੇ, ਮਨ ਚਾਹੁੰਦਾ ਪੂਰਾ ਹੋ ਜਾਏ, ਉਧਰ ਫਿਰ ਦੌੜ ਲੱਗ ਜਾਂਦੀ, ਕਿਉਂਕਿ ਮਨ ਅੰਦਰ ਫੁਰਨਾ ਆਇਆ। ਉਹ ਮਾੜਾ ਖਿਆਲ ਜਿਹੜਾ ਫਿਰ ਬੰਦਾ ਉਹਨੂੰ ਆਪਣੇ ਜੀਵਨ 'ਚ ਇੰਪਲੀਮੈਂਟ ਕਰਨਾ ਚਾਹੁੰਦਾ ਹੈ, ਲੁਕ ਕੇ ਕਰੇ, ਸਾਹਮਣੇ ਕਰੇ, ਜਿਵੇਂ ਵੀ ਕਰੇ, ਉਹ ਫਿਰ ਉਹ ਚੀਜ਼ ਜਿਹੜੀ ਉਹਨੂੰ ਪ੍ਰੈਕਟਿਸ ਲਿਆਉਣਾ ਚਾਹੁੰਦਾ ਵੀ ਮੈਂ ਕਰ ਲਵਾਂ। ਜਿਹੜਾ ਖਿਆਲ ਮਨ ਵਿੱਚ ਉਪਜਿਆ,
ਉਸ ਮਾੜੇ ਫੁਰਨੇ ਨੂੰ ਪੂਰੀਆਂ ਕਰਨ ਵਾਸਤੇ ਫਿਰ ਦੌੜਦਾ ਹੈ, ਅੱਗੇ ਦੌੜਦਾ ਹੈ। ਉਹਨੇ ਚਿਰ ਨੂੰ ਜਿੰਨੇ ਚਿਰ ਨੂੰ ਉਹ ਮੰਜ਼ਿਲ ਸਰ ਕਰ ਲੈਂਦਾ ਜੇ ਕਿਸੇ ਤਰੀਕੇ ਨਾਲ, ਫਿਰ ਮਨ ਦੇ ਫੁਰਨੇ ਰੁਕਦੇ ਨਹੀਂ। ਫਿਰ ਇਹ ਥੋੜ੍ਹਾ ਹੁੰਦਾ ਵੀ ਬੰਦਾ ਸੰਤੁਸ਼ਟ ਹੋ ਗਿਆ, ਫਿਰ ਇਹ ਥੋੜ੍ਹਾ ਹੁੰਦਾ ਵੀ ਹੁਣ ਸੈਟਿਸਫਾਈ ਹੋ ਗਿਆ ਵੀ ਬਸ ਆਹ ਖਿਆਲ ਆਇਆ ਸੀ, ਪੂਰਾ ਹੋ ਗਿਆ, ਬਸ ਹੁਣ ਇਹਦੋਂ ਅੱਗੇ ਕੋਈ ਦੌੜ ਨਹੀਂ ਰਹੀ। ਨਹੀਂ, ਉਹ ਦੌੜ ਹੋਰ ਅੱਗੇ ਤੁਰ ਪੈਂਦੀ ਹੈ। ਖਾਸ ਤੌਰ 'ਤੇ ਜਦੋਂ ਤ੍ਰਿਸ਼ਨਾ ਰੋਗ ਦੀ ਗੱਲ ਸਤਿਗੁਰੂ ਬਾਣੀ ਵਿੱਚ ਆਖਦੇ, ਮਹਾਰਾਜ ਕਹਿੰਦੇ ਤਾਂ ਐਸੀ ਅੱਗ ਹੈ ਜਿਹੜੀ ਬੁਝ ਹੀ ਨਹੀਂ ਸਕਦੀ। ਜਿਉਂ ਪਾਵਕ ਈਂਧਨ ਨਹੀਂ ਧਰਾਪੈ ਬਿਨ ਹਰ ਕਹਾਂ ਅਗਾਈ। ਜਿਹੜਾ ਵਿਕਾਰ ਹੈ, ਵਿਸ਼ਾ, ਇਸ ਦਾ ਸਵਾਦ ਹੈ। ਜਦੋਂ ਅਸੀਂ ਇੱਕ ਵਿਕਾਰ ਦਾ ਕੁਝ ਹਿੱਸਾ ਸਵਾਦ ਰੂਪ ਵਿੱਚ ਮਾਣ ਲੈਂਦੇ ਹਾਂ, ਪਹਿਲੋਂ ਫੁਰਨਾ ਪੈਦਾ ਹੋਇਆ, ਫਿਰ ਉਹਨੂੰ ਮਾਣਿਆ, ਇੰਪਲੀਮੈਂਟ ਕੀਤਾ, ਅਭਿਆਸ ਕੀਤਾ, ਤੇ ਬੰਦਾ ਸੰਤੁਸ਼ਟ ਥੋੜ੍ਹੀ ਹੋ ਗਿਆ। ਹਰ ਇੱਕ ਨੂੰ ਲੱਗਦਾ ਵੀ ਇਹਦੇ ਵਿੱਚ ਮੈਨੂੰ ਖੁਸ਼ੀ ਮਿਲੇਗੀ, ਪਰ ਉਹ ਉਸ ਖੁਸ਼ੀ ਨੂੰ ਪਾਉਣ ਦੇ ਚੱਕਰ 'ਚ ਸਾਰਾ ਜੀਵਨ ਆਪਣਾ ਤਬਾਹ ਕਰ ਲੈਂਦਾ ਮਨੁੱਖ। ਕਾਮੀ ਕਾਮ ਦੇ ਵਿਕਾਰ ਨੂੰ ਭੋਗਦਾ ਹੈ ਤਾਂ ਉਹ ਕਿਸੇ ਪੜਾਅ 'ਤੇ ਸੰਤੁਸ਼ਟ ਨਹੀਂ ਹੁੰਦਾ, ਉਹਦੀ ਦੌੜ ਅਗੇਰੇ ਹੋ ਜਾਂਦੀ ਹੈ। ਨਸ਼ੇੜੀ ਨਸ਼ੇ ਦੇ ਸਵਾਦ ਨੂੰ ਮਾਣਦਾ ਹੈ ਅਤੇ ਉਹਦੀ ਦੌੜ ਮੁੱਕਦੀ ਨਹੀਂ, ਉਹ ਆਖਰੀ ਸਾਹ ਤੱਕ ਉਹ ਦੌੜ ਬਣੀ ਰਹਿੰਦੀ ਹੈ। ਸਵਾਰਥੀ ਸਵਾਰਥ ਦੇ ਲੱਭ ਦੇ ਚਸਕੇ ਦੇ ਸਵਾਦ ਨੂੰ ਮਾਣਦਾ ਹੈ ਅਤੇ ਉਹਦੇ ਚਸਕੇ, ਇਹ ਥੋੜ੍ਹਾ ਵੀ ਉਹਨੇ ਚਸਕਾ ਇੱਕ ਪੂਰਾ ਕਰ ਲਿਆ, ਉਹਦੀ ਭਾਵਨਾ ਪੂਰੀ ਹੋ ਗਈ, ਇੱਛਾ ਪੂਰੀ ਹੋ ਗਈ, ਅਤੇ ਉਹ ਹੁਣ ਆਖੇਗਾ ਵੀ ਮੈਂ ਰੱਜ ਗਿਆ। ਨਹੀਂ, ਹੋ ਹੀ ਨਹੀਂ ਸਕਦਾ। ਇਸ ਲਈ ਮਹਾਰਾਜ ਨੇ ਬਾਣੀ ਦੇ ਵਿੱਚ ਫਰਮਾਇਆ, ਕਹਿਣ ਲੱਗੇ ਇਹ ਜਿਹੜੇ ਮਨ ਅੰਦਰ ਉੱਠਦੇ ਹੋਏ ਫੁਰਨੇ ਨੇ, ਬੰਦਾ ਇਹਨਾਂ ਦੀ ਪੂਰਤੀ ਵਾਸਤੇ ਵੀ ਇਹ ਪੂਰੇ ਹੋ ਜਾਣ ਯਤਨ ਕਰਦਾ ਹੈ, ਪਰ ਇਹ ਰੁਕਦਾ ਕਿਤੇ ਨਹੀਂ। ਇਹ ਦੌੜ ਇੰਨੀ ਲੰਮੀ ਹੈ ਵੀ ਇਹ ਕਦੇ ਖਤਮ ਨਹੀਂ ਹੁੰਦੀ, ਅਤੇ ਇਸ ਦੌੜ ਦੇ ਵਿੱਚ ਉਹ ਆਪਣੀ ਜ਼ਿੰਦਗੀ ਦੇ ਜ਼ਰੂਰੀ ਕੰਮ ਭੁੱਲ ਜਾਂਦਾ ਹੈ, ਉਹ ਜ਼ਿੰਦਗੀ ਦਾ ਆਨੰਦ ਭੁੱਲ ਜਾਂਦਾ ਹੈ। ਸਤਿਗੁਰੂ ਜੀ ਇਸੇ ਭਾਵ ਵਿੱਚ ਇਹ ਬਾਣੀ ਦੀ ਪੰਕਤੀ ਉਚਾਰਨ ਕਰ ਰਹੇ ਨੇ, ਮਨ ਕੀ ਮਨ ਹੀ ਮਾਹੇ ਰਹੀ। ਉਹ ਜਿਹੜੀ ਸੁੱਖ ਤੇ ਸੰਤੁਸ਼ਟੀ ਦੀ ਇੱਛਾ ਸੀ ਨਾ, ਵੀ ਹੁਣ ਬੰਦਾ ਕਿਉਂ ਉਹਨੂੰ ਲੱਗਦਾ ਵੀ ਮੈਨੂੰ ਇਹਦੇ 'ਚੋਂ ਸੰਤੁਸ਼ਟੀ ਮਿਲੇਗੀ, ਉਹਨੂੰ ਲੱਗਦਾ ਇਹਦੇ 'ਚੋਂ ਮੈਨੂੰ ਸੁੱਖ ਮਿਲੇਗਾ, ਉਹਨੂੰ ਲੱਗਦਾ ਇਹਦੇ 'ਚੋਂ ਮੈਨੂੰ ਆਨੰਦ ਮਿਲੇਗਾ। ਜਿਹੜੀ ਚੀਜ਼ ਉਹ ਲੱਭਣਾ ਚਾਹੁੰਦਾ ਉਹ ਤਾਂ ਆਰਜ਼ੀ ਕਿਸਮ ਦੀ ਹੈ। ਇੱਕ ਹੋਰ ਖਿਆਲ ਸਾਂਝਾ ਕਰਾਂ, ਤੁਸੀਂ ਧਾਰਮਿਕ ਜਗਤ ਵਿੱਚ ਵੀ, ਆਮ ਜੀਵਨ ਦੇ ਪੜਾਅ ਵਿੱਚ ਵੀ ਵਿਚਰਦਿਆਂ ਵੇਖਿਆ ਹੋਏਗਾ ਕਿ ਮਨੁੱਖ ਮਨ ਦੇ ਟਿਕਾਅ ਦੀ ਬੜੀ ਚਰਚਾ ਕਰਦੇ ਹਨ। ਮਨ ਦੀ ਸ਼ਾਂਤੀ, ਮਨ ਦਾ ਟਿਕਾਓ। ਅਤੇ ਕੁਝ ਲੋਕਾਂ ਨੂੰ ਲੱਗਦਾ ਹੈ ਕਿ ਅਸੀਂ ਫਲਾਨੀ ਜਗ੍ਹਾ 'ਤੇ ਜਾਈਏ, ਉੱਥੇ ਬੜੀ ਸ਼ਾਂਤੀ ਹੈ, ਬੜਾ ਮਨ ਦਾ ਟਿਕਾਓ ਹੈ, ਅਤੇ ਉਹ ਜਾਂਦੇ ਵੀ ਨੇ, ਔਰ ਫਿਰ ਦੂਸਰਿਆਂ ਨੂੰ ਵੀ ਉਹ ਨਵੇਂ ਜਾਣਗੇ ਜਦੋਂ, ਤੇ ਬੜੀ ਪ੍ਰੇਰਨਾ ਕਰਨਗੇ ਵੀ ਉੱਥੇ ਜਾ ਕੇ ਵੇਖੋ। ਉਹ ਬੜੇ ਲੋਕ ਹੋਰ ਪ੍ਰਭਾਵਿਤ ਹੋ ਜਾਂਦੇ ਨੇ, ਨਾਲ ਚੱਲ ਪੈਂਦੇ ਨੇ। ਥੋੜ੍ਹੇ ਚਿਰ ਬਾਅਦ ਜਦੋਂ ਨਵੇਂ ਤੁਰਨ ਲੱਗਦੇ ਨੇ ਨਾ, ਪਹਿਲਾਂ ਜਿਹੜਾ ਪ੍ਰੇਰਨਾ ਕਰਨ ਵਾਲਾ ਹੁੰਦਾ ਕੋਈ ਨਵੀਂ ਥਾਂ ਲੱਭ ਲੈਂਦਾ, ਉਹ ਕਹਿੰਦਾ ਨਹੀਂ ਮੈਂ ਤਾਂ ਹੁਣ ਤੱਕ ਧੋਖੇ 'ਚ ਹੀ ਰਿਹਾ, ਤੁਸੀਂ ਉੱਥੇ ਜਾ ਕੇ ਵੇਖੋ। ਸਾਰਾ ਦੁਨੀਆ ਤੁਸੀਂ ਵੇਖੋ ਸਿਲਸਿਲਾ ਐਵੇਂ ਚੱਲੀ ਵੀ ਜਾਂਦਾ ਹੈ। ਜੇ ਮੈਂ ਉਦਾਹਰਣ ਇੱਕ ਦਿਨਾਂ ਉਦਾਹਰਣ, ਜਿਹੜਾ ਮੇਰੇ ਨੇੜੇ ਗੁਰਦੁਆਰਾ ਹੋਏਗਾ ਨਾ, ਮੇਰੇ ਨੇੜੇ ਧਰਮ ਸਥਾਨ ਹੋਏਗਾ, ਜਿੱਥੇ ਮੇਰੀ ਜਾਣ ਪਛਾਣ ਦੇ ਲੋਕ ਜਾਂਦੇ ਨੇ, ਮੇਰਾ ਆਲਾ ਦੁਆਲਾ ਜਾਂਦਾ ਹੈ, ਬਹੁਤੇ ਲੋਕ ਕਹਿਣਗੇ ਨਹੀਂ ਤੁਸੀਂ ਫਲਾਨੀ ਜਗ੍ਹਾ ਦੂਰ ਜਾ ਕੇ ਵੇਖੋ ਥੋੜ੍ਹਾ। ਹੁਣ ਦਰਅਸਲ ਹੁੰਦਾ ਕੀ ਹੈ, ਥੋੜ੍ਹੇ ਚਿਰ ਬਾਅਦ ਉੱਥੋਂ ਵੀ ਉਹ ਕਿਸੇ ਹੋਰ ਜਗ੍ਹਾ ਨੂੰ ਨਵੀਂ ਨੂੰ ਤਲਾਸ਼ ਲੈਂਦੇ ਨੇ। ਉਹਦਾ ਇੱਕ ਰੀਜ਼ਨ ਹੁੰਦਾ ਹੈ। ਜਿੱਥੇ ਤੁਹਾਡੇ ਜਾਣ ਪਛਾਣ ਵਾਲੇ, ਤੁਹਾਨੂੰ ਪਛਾਣਨ ਵਾਲੇ, ਤੁਹਾਨੂੰ ਮਿਲਣ ਵਾਲੇ, ਤੁਹਾਨੂੰ ਵਰਤਣ ਵਾਲੇ ਹੋਣਗੇ ਨਾ, ਉੱਥੇ ਤੁਹਾਡੀ ਧੜੇਬੰਦੀ ਅਤੇ ਈਰਖਾ ਬਣ ਜਾਂਦੀ ਹੈ ਇੱਕ ਦੂਜੇ ਨਾਲ। ਜਿਹੜੀ ਤੁਸੀਂ ਨਵੀਂ ਜਗ੍ਹਾ ਚੁਣ ਲੈਂਦੇ, ਉੱਥੇ ਤੁਹਾਨੂੰ ਜਾਣਦਾ ਕੋਈ ਨਹੀਂ, ਤੁਸੀਂ ਕਿਸੇ ਨੂੰ ਨਹੀਂ ਜਾਣਦੇ। ਜਦੋਂ ਕਿਸੇ ਨੂੰ ਕੋਈ ਮਹਿੰਗੇ ਕੱਪੜੇ ਪਾਏ, ਤੁਹਾਡੇ ਮਨ 'ਚ ਕੋਈ ਖਿਆਲ ਹੀ ਨਹੀਂ ਆਉਣਾ ਵੀ ਹਾਂ ਇੰਨੇ ਮਹਿੰਗੇ ਕਿਉਂ ਪਾਏ। ਕਿਸੇ ਦੀ ਮਹਿੰਗੀ ਗੱਡੀ ਖੜੀ ਹੈ, ਕੋਈ ਅਮੀਰ ਹੈ, ਕੋਈ ਜ਼ਿਆਦਾ ਪੈਸਾ ਲਿਆਇਆ, ਕੋਈ ਥੋੜ੍ਹਾ ਲਿਆਇਆ, ਕਿਸੇ ਜ਼ਿਆਦਾ ਸੇਵਾ ਕੀਤੀ, ਕਿਸੇ ਨੂੰ ਸਰੋਪਾ ਮਿਲਿਆ, ਕਿਸੇ ਨੂੰ ਨਾ ਮਿਲਿਆ, ਤੁਹਾਡੇ ਮਨ 'ਚ ਕੋਈ ਖਿਆਲ ਹੀ ਉਤਪੰਨ, ਕਿਉਂਕਿ ਉੱਥੇ ਕਿਸੇ ਨਾਲ ਕੰਪੀਟੀਸ਼ਨ ਨਹੀਂ ਹੋ ਰਿਹਾ ਅਜੇ। ਇਸ ਕਰਕੇ ਤੁਹਾਨੂੰ ਲੱਗਦਾ ਬੜੀ ਸ਼ਾਂਤੀ ਹੈ। ਜਦੋਂ ਤੁਹਾਡੀ ਉੱਥੇ ਥੋੜ੍ਹੀ ਥੋੜ੍ਹੀ ਜਾਣ ਪਛਾਣ ਹੋਣ ਲੱਗ ਪਈ, ਨੇੜਤਾ ਵੱਧ ਗਈ, ਇੱਕ ਰਿਲੇਸ਼ਨ ਬਣ ਗਿਆ, ਫਿਰ ਤੁਸੀਂ ਆਪਣੇ ਆਪ ਨੂੰ ਉਹਦੇ ਨਾਲ ਕੰਪੇਅਰ ਕਰਨਾ ਸ਼ੁਰੂ ਕਰ ਲੈਂਦੇ ਹੋ। ਫਿਰ ਇੱਕ ਮੁਕਾਬਲੇਬਾਜ਼ੀ ਹੋਣੀ ਸ਼ੁਰੂ ਹੋ ਜਾਂਦੀ, ਕੰਪੀਟੀਸ਼ਨ ਹੋ ਜਾਂਦਾ ਹੈ ਹਰ ਚੀਜ਼ ਨੂੰ ਲੈ ਕੇ, ਮਾਣ ਸਨਮਾਨ ਨੂੰ ਲੈ ਕੇ।
ਸਟੇਟਸ ਨੂੰ ਲੈ ਕੇ, ਦੌਲਤ ਨੂੰ ਲੈ ਕੇ, ਹਰ ਚੀਜ਼ ਨੂੰ ਲੈ ਕੇ। ਫਿਰ ਉੱਥੇ ਤੁਹਾਡੇ ਮਨ ਦੀ ਭਟਕਣਾ ਫਿਰ ਉਸੇ ਤਰ੍ਹਾਂ ਬਣਨ ਲੱਗਦੀ ਹੈ। ਫਿਰ ਤੁਸੀਂ ਕਹਿੰਦੇ ਹੋ ਨਹੀਂ, ਇੱਥੇ ਵੀ ਹੁਣ ਉਹ ਪਹਿਲਾਂ ਵਾਲੀ ਗੱਲ ਰਹੀ ਨਹੀਂ। ਬੰਦਾ ਦੋਸ਼ ਕਿਹਨੂੰ ਦਿੰਦਾ? ਬਾਹਰ ਦੇ ਮਾਹੌਲ ਨੂੰ। ਅਸੀਂ ਫਿਰ ਇਹਦਾ ਜਵਾਬ ਕੀ ਕੱਢਦੇ ਹਾਂ ਵੀ ਕੀ ਹੋਇਆ ਹੁਣ? ਕਹੇਗਾ ਨਹੀਂ ਨਹੀਂ, ਇੱਥੇ ਵੀ ਹੁਣ ਮਾਹੌਲ ਖਰਾਬ ਹੋਣ ਲੱਗ ਪਿਆ। ਨਹੀਂ, ਆਪਣਾ ਆਪ ਖਰਾਬ ਹੋ ਰਿਹਾ। ਅਸੀਂ ਜਿੱਥੇ ਵੀ ਜਾਵਾਂਗੇ ਇਹੋ ਜਿਹਾ ਮਾਹੌਲ ਬਣਾ ਹੀ ਲਵਾਂਗੇ। ਉਹਦਾ ਕਾਰਨ ਇਹ ਵੀ ਪ੍ਰੋਬਲਮ ਬਾਹਰ ਨਹੀਂ ਹੈ, ਪ੍ਰੋਬਲਮ ਸਾਡੇ ਅੰਦਰ ਹੈ। ਰੋਗ ਬਾਹਰ ਨਹੀਂ ਹੈ, ਰੋਗ ਸਾਡੇ ਅੰਦਰ ਹੈ। ਅਸੀਂ ਜਿੱਥੇ ਜਾਵਾਂਗੇ ਉਹੋ ਜਿਹਾ ਮਾਹੌਲ ਹੀ ਬਣਾਵਾਂਗੇ। ਤੋ ਕਈਆਂ ਨੂੰ ਇਹ ਭੁਲੇਖਾ ਪੈ ਜਾਂਦਾ ਵੀ ਘਰ ਬਦਲਣ ਦੇ ਨਾਲ ਪਰਿਵਾਰ ਦਾ ਮਾਹੌਲ ਬਦਲ ਜਾਏ। ਨਹੀਂ, ਪਰਿਵਾਰ ਤਾਂ ਉਹੀ ਜਾਣਾ ਨਾਲ, ਅਸੀਂ ਵੀ ਤਾਂ ਉਹੀ ਹੋਣਾ ਹੈ। ਜਗ੍ਹਾ ਬਦਲਣ ਨਾਲ ਸਾਡੀ ਸੋਚ ਤੇ ਬਿਰਤੀ ਵਿੱਚ ਤੇ ਕੋਈ ਫਰਕ ਨਹੀਂ ਨਾ ਪੈਣਾ। ਸਤਿਗੁਰੂ ਸੱਚੇ ਪਾਤਸ਼ਾਹ ਆਖਦੇ ਨੇ, ਆਪਣੇ ਮਨ ਅੰਦਰ ਦੀ ਤਬਦੀਲੀ ਬਾਰੇ ਸੋਚ। ਤੂੰ ਜਿਹੜਾ ਸੁੱਖ ਤੇ ਸੰਤੁਸ਼ਟੀ ਲੱਭ ਰਿਹਾ ਨਾ, ਮਨ ਤੈਨੂੰ ਜਿੱਥੇ ਮਨ ਦੇ ਫੁਰਨਿਆਂ ਸਦਕਾ ਤੂੰ ਭਟਕ ਰਿਹਾ, ਉਸ ਵਿੱਚ ਨਾ ਸੁੱਖ ਹੈ, ਨਾ ਸੰਤੁਸ਼ਟੀ ਹੈ, ਨਾ ਆਨੰਦ ਹੈ। ਤੇ ਜਿੱਥੇ ਉਹ ਹੈ ਉਸ ਪਾਸੇ ਤੂੰ ਸਾਰੀ ਜ਼ਿੰਦਗੀ ਸਫ਼ਰ ਹੀ ਨਹੀਂ ਕਰਦਾ, ਧਿਆਨ ਹੀ ਨਹੀਂ ਦਿੰਦਾ। ਤੇ ਦੂਸਰੀ ਪੰਕਤੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੇ ਉਸ ਪਾਸੇ ਸਾਡਾ ਧਿਆਨ ਦਿਵਾਇਆ। ਮਹਾਰਾਜ ਕਹਿੰਦੇ, ਨਾ ਹਰ ਭਜੇ ਨਾ ਤੀਰਥ ਸੇਵੇ, ਚੋਟੀ ਕਾਲ ਗਹੀ। ਨਾ ਹਰੀ ਪਰਮੇਸ਼ਰ ਵਾਹਿਗੁਰੂ ਨੂੰ ਜਪਿਆ। ਭਜੇ ਦਾ ਮਤਲਬ ਹੁੰਦਾ ਹੈ ਭਜਨ ਕਰਨਾ, ਸਿਮਰਨ ਕਰਨਾ, ਯਾਦ ਵਿੱਚ ਲਿਆਉਣਾ। ਨਾ ਕਦੇ ਰੱਬੀ ਗੁਣਾਂ ਦਾ ਅਹਿਸਾਸ ਕੀਤਾ, ਨਾ ਉਹਦੀ ਹੋਂਦ ਦਾ ਅਹਿਸਾਸ ਕੀਤਾ, ਨਾ ਉਹਦੇ ਭਾਣੇ ਤੇ ਉਹਦੇ ਹੁਕਮ ਨੂੰ ਆਪਣੇ ਜੀਵਨ 'ਚ ਵਸਾ ਕੇ ਉਹਦਾ ਆਨੰਦ ਲਿਆ। ਜਿਹੜਾ ਦੂਜਾ ਲਫ਼ਜ਼ ਹੈ ਬੜਾ ਬਾ ਕਮਾਲ ਹੈ, ਤੀਰਥ ਸੇਵੇ। ਤੀਰਥ ਸੇਵੇ ਦਾ ਮਤਲਬ ਹੁਣ ਇਹ ਨਹੀਂ ਵੀ ਇੱਕ ਪਾਸੇ ਗੁਰਬਾਣੀ ਗੁਰਮਤਿ ਜਿਹੜੀ ਹੈ ਮਹਾਰਾਜ ਇਹ ਕਹਿਣ ਵੀ ਨਾਮਨ ਕਉ ਤੀਰਥ ਘਨੇ, ਮਨ ਬੌਰਾ ਰੇ ਪੂਜਨ ਕਉ ਬਹੁ ਦੇਵ। ਵੀ ਨਹਾਉਣ ਵਾਸਤੇ ਤਾਂ ਬੜੇ ਤੀਰਥ ਨੇ, ਪੂਜਣ ਵਾਸਤੇ ਦੇਵਤਿਆਂ ਦੀ ਵੀ ਘਾਟ ਕੋਈ ਨਹੀਂ। ਜਿਹੜਾ ਜਿਹੜੇ ਤੀਰਥ ਨਾਲ ਜੁੜਿਆ ਉਹਨੂੰ ਸਲਾਹੁੰਦਾ ਤੇ ਦੂਜੇ ਨੂੰ ਭੰਡਦਾ। ਜਿਹੜੇ ਦੇਵਤੇ ਨਾਲ ਜੁੜਿਆ, ਭਗਵਾਨ ਦੇ ਜਿਸ ਰੂਪ ਨਾਲ ਜੁੜਿਆ ਉਹਨੂੰ ਸਲਾਹੁੰਦਾ ਤੇ ਦੂਜੇ ਨੂੰ ਉਹ ਕਹਿੰਦਾ ਨਹੀਂ, ਇਹਦੇ 'ਚ ਤਾਂ ਕੋਈ ਤਾਕਤ ਹੀ ਨਹੀਂ, ਇਹ ਕੀ ਕਰ ਸਕਦਾ। ਯਾਨੀ ਕਿ ਜੋ ਮੈਨੂੰ ਚੰਗਾ ਲੱਗੇ ਉਹ ਠੀਕ ਹੈ। ਸਾਰਾ ਸੰਸਾਰ ਜਿਹੜਾ ਐਵੇਂ ਤੀਰਥਾਂ ਤੇ ਦੇਵਤਿਆਂ ਦੇ ਨਾਮ ਦੇ ਉੱਤੇ ਇੱਕੇ ਮਜ਼ਹਬ ਦੇ ਮੰਨਣ ਵਾਲੇ ਲੋਕ ਵੀ ਵੰਡੇ ਬੈਠੇ ਨੇ, ਵੰਡੇ ਹੋਏ ਨੇ। ਖਾਸ ਤੌਰ ਤੇ ਭਾਰਤ ਦੀ ਤੇ ਸਦੀਆਂ ਤੋਂ ਇਹ ਤਰਾਸਦੀ ਰਹੀ ਹੈ। ਮੈਂ ਹੈਰਾਨ ਹੁੰਨਾ, ਜੇ ਤੁਸੀਂ ਵਿਸ਼ਨੂੰ ਪੁਰਾਣ ਦੀ ਕਥਾ ਨੂੰ ਪੜ੍ਹਿਆ, ਸੁਣਿਆ ਜਾਂ ਵੇਖਿਆ ਹੋਵੇ, ਫਿਲਮਾਇਆ ਜਾਂਦਾ ਜਿਵੇਂ, ਤੇ ਉਹਦੇ ਵਿੱਚ ਵਿਸ਼ਨੂੰ ਦੇ ਅੱਗੇ ਬਾਕੀ ਦੇਵਤੇ ਆ ਕੇ ਹੱਥ ਜੋੜਦੇ ਨੇ। ਤੇ ਜੇ ਤੁਸੀਂ ਸ਼ਿਵ ਪੁਰਾਣ ਨੂੰ ਪੜ੍ਹੋ ਤਾਂ ਉਹਦੇ 'ਚ ਸ਼ਿਵ ਜੀ ਉੱਚੇ ਦਰਜੇ 'ਤੇ ਬੈਠਾ, ਵਿਸ਼ਨੂੰ ਉਹਦੀ ਹਜ਼ੂਰੀ 'ਚ ਖੜਾ ਹੈ। ਯਾਨੀ ਕਿ ਪੁਰਾਣ ਲਿਖਣ ਵਾਲਾ ਜਿਹਦਾ ਚੇਲਾ ਸੀ ਨਾ, ਸੇਵਕ ਸੀ, ਉਹਨੇ ਆਖਿਆ ਉਹ ਵੱਡਾ, ਬਾਕੀ ਦੇਵਤੇ ਤਾਂ ਇਹਦੀ ਹਜ਼ੂਰੀ 'ਚ ਆਉਂਦੇ ਨੇ। ਤੇ ਜਿਹੜਾ ਦੂਜੇ ਦੇ ਹੱਕ ਵਿੱਚ ਲਿਖਿਆ ਗਿਆ ਉਹਦੇ 'ਚ ਦੂਜੇ ਦੇਵਤੇ ਹੱਥ ਜੋੜ ਕੇ ਖੜੇ ਵਿਖਾਏ ਗਏ ਤੇ ਉਹਨੂੰ ਸਿੰਘਾਸਨ 'ਤੇ ਬੈਠਾ ਹੋਇਆ ਵਿਖਾਇਆ ਗਿਆ। ਇਹ ਵੀ ਇੱਕ ਕਿਸਮ ਦੀ ਜੈਲਸੀ ਸੀ ਇੱਕ ਦੂਸਰੇ ਦੇ ਨਾਲ। ਖੈਰ, ਗੁਰਮਤਿ ਤਾਂ ਇਸ ਅਕੀਦੇ ਨੂੰ ਪ੍ਰਵਾਨ ਹੀ ਨਹੀਂ ਕਰਦੀ। ਸਤਿਗੁਰੂ ਮਹਾਰਾਜ ਤਾਂ ਇੱਕ ਬ੍ਰਹਮ ਸੱਤਾ ਨੂੰ ਪ੍ਰਵਾਨ ਕਰਦੇ ਨੇ, ਇੱਕ ਪਰਮੇਸ਼ਰੀ ਸੱਤਾ ਨੂੰ। ਤੇ ਰਹੀ ਗੱਲ ਤੀਰਥ ਦੀ, ਜਿਹੜਾ ਸ਼ਬਦ ਮਹਾਰਾਜ ਨੇ ਇੱਥੇ ਵਰਤਿਆ, ਗੁਰਮਤਿ ਵਿੱਚ ਤੀਰਥ ਦਾ ਇੱਕ ਆਪਣਾ ਸੰਕਲਪ ਤੇ ਕਨਸੈਪਟ ਹੈ। ਉਸ ਦੇ ਅਰਥ ਸਾਨੂੰ ਜਾਣਨੇ ਤੇ ਸਮਝਣੇ ਚਾਹੀਦੇ ਨੇ। ਸ਼ਬਦਾਵਲੀ ਮਹਾਰਾਜ ਨੇ ਆਮ ਵਰਤੀ ਹੈ, ਪ੍ਰਚਲਿਤ ਵਰਤੀ ਹੈ। ਇੱਥੇ ਤੀਰਥ ਨਹਾਤੇ ਨਹੀਂ ਸ਼ਬਦ ਹੈ, ਤੀਰਥ ਸੇਵੇ ਸ਼ਬਦ ਹੈ। ਸੇਵੇ ਦਾ ਮਤਲਬ ਹੁੰਦਾ ਜਪਣਾ। ਹੁਣ ਤੀਰਥ ਨਹਾਤੇ ਜਾਂਦੇ ਨੇ ਕਿ ਤੀਰਥ ਜਪੇ ਜਾਂਦੇ ਨੇ? ਮਹਾਰਾਜ ਬਾ ਕਮਾਲ ਸ਼ਬਦਾਵਲੀ ਵਰਤੇ, ਜਿੱਥੇ ਵੀ ਉਹ ਵਰਤਦੇ ਉਹ ਸੋਚਣ ਲਾ ਦਿੰਦੇ ਨੇ ਬੰਦੇ ਨੂੰ ਵੀ ਹੋ ਕੀ ਰਿਹਾ। ਇੱਕ ਉਦਾਹਰਣ ਦੇਣਾ, ਬਾਬਾ ਨਾਮਦੇਵ ਸਾਹਿਬ ਦਾ ਇੱਕ ਸ਼ਬਦ ਹੈ, ਜਿੱਥੇ ਉਹ ਜ਼ਿਕਰ ਕਰਦੇ ਨੇ, ਧੰਨ ਧੰਨ ਉਹ ਰਾਮ ਬੇਨ ਬਾਜੈ। ਦੋ ਮੁੱਖ ਰਮਾਇਣਾਂ ਨੇ ਭਾਰਤ ਵਿੱਚ ਲਿਖੀਆਂ ਗਈਆਂ। ਰਮਾਇਣਾਂ ਵੀ ਗਾਂ ਉਹਨਾਂ ਦੇ ਕਈ ਟੀਕਾ ਟਿੱਪਣੀਆਂ ਹੋਈਆਂ ਨੇ, ਕਈ ਵੱਖਰੇ ਵੱਖਰੇ ਅੰਦਾਜ਼ 'ਚ ਉਹਨਾਂ ਦੇ ਗਾਂ ਭਾਸ਼ ਲਿਖੇ ਗਏ, ਅਰਥ ਲਿਖੇ ਗਏ, ਵਗੈਰਾ ਵਗੈਰਾ।
ਪਰ ਮੁੱਖ ਪ੍ਰਚਲਿਤ ਦੋ ਨੇ। ਇੱਕ ਹੈ ਵਾਲਮੀਕੀ ਰਾਮਾਇਣ ਜਿਹੜੀ ਪੁਰਾਣੀ ਮੰਨੀ ਜਾਂਦੀ ਹੈ, ਤੇ ਇੱਕ ਹੈ ਤੁਲਸੀ ਜੀ ਦੀ ਲਿਖੀ ਹੋਈ ਰਾਮਾਇਣ। ਪਰ ਤੁਸੀਂ ਹੈਰਾਨ ਹੋਵੋਗੇ ਮੰਦਰਾਂ 'ਚ ਪੜ੍ਹੀ ਤੁਲਸੀ ਦੀ ਜਾਂਦੀ ਹੈ, ਵਾਲਮੀਕ ਦੀ ਰਾਮਾਇਣ ਨਹੀਂ ਪੜ੍ਹੀ ਜਾਂਦੀ। ਉਹਦਾ ਕਾਰਨ ਹੈ ਵੀ ਤੁਲਸੀ ਜੀ ਬ੍ਰਾਹਮਣ ਪਰਿਵਾਰ ਵਿੱਚੋਂ ਸਨ, ਅਤੇ ਵਾਲਮੀਕ ਜੀ ਮੰਨਿਆ ਜਾਂਦਾ ਵੀ ਉੱਚੀ ਐਸੀ ਕੁੱਲ 'ਚੋਂ ਜਿਹੜੀ ਉਹਨਾਂ ਨੇ ਮਿਥੀ ਉਹਦੇ 'ਚੋਂ ਨਹੀਂ ਸਨ। ਮਾਨਤਾ ਤਾਂ ਉਸੇ ਨੂੰ ਮਿਲੇਗੀ ਜਿਹਦੀ ਬਰਾਦਰੀ ਉੱਚੀ ਹੈ। ਭਾਰਤ ਦਾ ਜਾਤ ਪਾਤੀ ਸਟਰਕਚਰ ਇਹੋ ਜਿਹਾ। ਖੈਰ ਮੈਂ ਇਸ ਪਾਸੇ ਨਾ ਜਾਵਾਂ। ਉਹਨਾਂ ਦੋਵਾਂ ਰਾਮਾਇਣਾਂ ਦਾ ਜੇ ਤੁਸੀਂ ਮੂਲ ਪਾਠ ਜਾਂ ਉਹਨਾਂ ਬਾਰੇ ਸੁਣੋ, ਕਿਤੇ ਵੀ ਤੁਹਾਨੂੰ ਇਹ ਜ਼ਿਕਰ ਨਹੀਂ ਮਿਲੇਗਾ ਵੀ ਰਾਮ ਜੀ ਬੰਸਰੀ ਵਜਾਉਂਦੇ ਸਨ। ਬੰਸਰੀ ਵਜਾਉਣ ਵਾਲਾ ਇੱਕੋ ਹੀ ਨਾਇਕ ਹੈ ਭਾਰਤ ਵਿੱਚ, ਉਹ ਹੈ ਕ੍ਰਿਸ਼ਨ। ਸ਼੍ਰੀ ਕ੍ਰਿਸ਼ਨ ਬੰਸਰੀ ਵਜਾਉਂਦੇ ਨੇ, ਇਹ ਗੱਲ ਤੇ ਹਰ ਇੱਕ ਨੇ ਸੁਣੀ ਪੜ੍ਹੀ ਹੈ। ਪਰ ਰਾਮ ਬੇਨ ਵਜਾਉਂਦਾ, ਰਾਮ ਜੀ ਬੰਸਰੀ ਵਜਾਉਂਦੇ ਨੇ, ਕਿਸੇ ਨੇ ਨਹੀਂ ਸੁਣਿਆ ਅਜ ਤੱਕ। ਪਰ ਨਾਮਦੇਵ ਸਾਹਿਬ ਕੀ ਸ਼ਬਦ ਵਰਤਦੇ, ਧੰਨ ਧੰਨ ਉਹ ਰਾਮ ਬੀਨ ਬਾਜੈ। ਧੰਨ ਹੈ ਰਾਮ ਦੀ ਵੀਣਾ ਵੱਜ ਰਹੀ ਹੈ। ਹੁਣ ਉਹ ਕਿਹੜਾ ਰਾਮ ਹੈ ਜਿਹੜਾ ਸਾਜ਼ ਵਜਾਉਂਦਾ ਹੈ? ਰਾਮਾਇਣ ਦਾ ਨਾਇਕ ਤੇ ਨਹੀਂ ਵਜਾਉਂਦਾ। ਨਾਮਦੇਵ ਜਨ ਕਉ ਪ੍ਰਤੱਗਿਆਈ, ਇਕਾਦਸ਼ੀ ਬ੍ਰਤ ਰਹਿ ਕਾਹੇ ਕੋ ਤੀਰਥ ਜਾਈ। ਉਹ ਕਿਹੜਾ ਰਾਮ ਹੈ ਜਿਸ ਨਾਲ ਨਾਮਦੇਵ ਸਾਹਿਬ ਦੀ ਕਮਿਟਮੈਂਟ ਹੋ ਗਈ, ਪ੍ਰਤੱਗਿਆ ਆ ਗਈ, ਯਕੀਨ ਵੱਜ ਗਿਆ ਜਿਸ ਉੱਤੇ। ਤੇ ਨਾਮਦੇਵ ਸਾਹਿਬ ਕਹਿੰਦੇ ਨੇ ਉਹਦੇ ਤੇ ਐਸਾ ਯਕੀਨ ਵੱਜਿਆ, ਐਸੀ ਸਾਂਝ ਬਣੀ ਹੈ ਵੀ ਨਾ ਮੈਨੂੰ ਹੁਣ ਵਰਤ ਰੱਖਣ ਦੀ ਲੋੜ ਪੈਂਦੀ ਤੇ ਨਾ ਤੀਰਥਾਂ ਤੇ ਜਾਣ ਦੀ ਲੋੜ ਪੈਂਦੀ ਹੈ। ਪਰ ਰਾਮਾਇਣ ਨਾਇਕ ਸ਼੍ਰੀ ਰਾਮ ਦੇ ਪ੍ਰਤੀ ਸ਼ਰਧਾ ਰੱਖਣ ਵਾਲਾ ਇਹ ਕਹਿ ਸਕਦਾ ਵੀ ਮੈਂ ਵਰਤ ਨਹੀਂ ਰੱਖਣੇ ਤੇ ਨਾ ਮੈਂ ਤੀਰਥਾਂ ਤੇ ਜਾਣਾ, ਕਿਉਂਕਿ ਰਾਮਾਇਣ ਦੀ ਕਥਾ ਮੁਤਾਬਕ ਰਾਮ ਜੀ ਖੁਦ ਤੀਰਥਾਂ ਤੇ ਵੀ ਗਏ ਨੇ, ਤੇ ਉਹਨਾਂ ਨੇ ਬ੍ਰਾਹਮਣਾਂ ਦੇ ਦੱਸੇ ਹੋਏ ਸਾਰੇ ਪੂਜਾ ਪਾਠ ਤੇ ਕਿਰਿਆ ਕਰਾਮ ਵੀ ਕੀਤੇ ਨੇ। ਪਰ ਨਾਮਦੇਵ ਸਾਹਿਬ ਕਹਿੰਦੇ ਮੇਰੀ ਜਦੋਂ ਤੋਂ ਰਾਮ ਨਾਲ ਬਣੀ ਹੈ, ਮੈਨੂੰ ਨਾ ਵਰਤ ਰੱਖਣ ਦੀ ਲੋੜ ਮਹਿਸੂਸ ਹੁੰਦੀ ਹੈ ਤੇ ਨਾ ਮੈਨੂੰ ਤੀਰਥਾਂ ਤੇ ਭਟਕਣ ਦੀ ਲੋੜ ਮਹਿਸੂਸ ਹੁੰਦੀ ਹੈ। ਰਾਮ ਸੰਗ ਨਾਮਦੇਵ ਜਨ ਕੋ ਪ੍ਰਤੱਗਿਆਈ, ਕਾਹੇ ਕੋ ਇਕਾਦਸ਼ੀ ਬ੍ਰਤ ਰਹੇ ਕਾਹੇ ਕੋ ਤੀਰਥ ਜਾਈ। ਸਤਿਗੁਰੂ ਸੱਚੇ ਪਾਤਸ਼ਾਹ ਇਵੇਂ ਸ਼ਬਦ ਵਰਤਦੇ ਨਾ ਜਦੋਂ, ਹੁਣ ਇਸ ਸ਼ਬਦਾਵਲੀ ਨੂੰ ਸਮਝਣ ਦੀ ਲੋੜ ਹੈ ਵੀ ਗੁਰਮਤਿ ਵਿੱਚ ਸ਼ਬਦਾਵਲੀ ਪ੍ਰਚਲਿਤ ਹੈ, ਪਰ ਜਿੱਥੇ ਜਾ ਕੇ ਉਸ ਨੂੰ ਐਕਸਪਲੇਨ ਕੀਤਾ, ਉਹਦੀ ਵਿਆਖਿਆ ਕੀਤੀ ਬੜੇ ਵੱਖਰੇ ਅੰਦਾਜ਼ ਵਿੱਚ, ਜਿਵੇਂ ਇੱਥੇ ਸ਼ਬਦ ਵਰਤਿਆ। ਹੁਣ ਉਹ ਰਾਮ ਹੈ ਸਰਵ ਵਿਆਪੀ ਪਰਮੇਸ਼ਰ, ਜਿਸ ਦੀ ਹੁਕਮ ਰੂਪ ਵੀਣਾ ਸਾਰੇ ਸੰਸਾਰ ਵਿੱਚ ਗੂੰਜ ਰਹੀ ਹੈ, ਜਿਸ ਦਾ ਨਾਦ ਕਦੇ ਮੁੱਕਦਾ ਹੀ ਨਹੀਂ, ਜਿਸ ਨੂੰ ਸਾਹਿਬ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਅਨਹੱਤਾ ਸ਼ਬਦ ਵਾਜੰਤ ਭੇਰੀ। ਕਹਿੰਦੇ ਨੇ ਇੱਕ ਭੇਰੀ ਵੱਜ ਰਹੀ ਹੈ, ਉਹ ਭੇਰੀ ਜਿਸ ਦੀ ਆਵਾਜ਼ ਕਦੇ ਵੀ ਖਤਮ ਨਹੀਂ ਹੁੰਦੀ, ਮੁੱਕਦੀ ਨਹੀਂ। ਉਹ ਕੀ ਹੈ? ਹੁਕਮ ਰੂਪ ਸੰਗੀਤ ਗੂੰਜ ਰਿਹਾ ਸਾਰੀ ਕੁਦਰਤ ਵਿੱਚ। ਮਹਾਰਾਜ ਦਾ ਆਪਣਾ ਅੰਦਾਜ਼ ਹੈ, ਫਿਲੋਸਫੀਕਲ ਢੰਗ ਹੈ ਆਪਣਾ ਗੱਲ ਕਹਿਣ ਦਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਨਾ ਤੀਰਥ ਸੇਵੇ। ਕਿ ਭਾਈ ਨਾ ਤੂੰ ਪਰਮੇਸ਼ਰ ਦੀ ਆਰਾਧਨਾ ਕੀਤੀ ਹੈ, ਤੇ ਦੂਜਾ ਲਫ਼ਜ਼ ਵਰਤਿਆ ਨਾ ਤੂੰ ਤੀਰਥਾਂ ਦਾ ਭਜਨ ਕੀਤਾ ਹੈ, ਨਾ ਤੀਰਥਾਂ ਦੀ ਯਾਦ ਦਿਲ 'ਚ ਵਸਾਈ ਹੈ। ਉਹ ਕਿਹੜਾ ਤੀਰਥ ਹੈ? ਇਸ ਦੇ ਅਰਥ ਕਰਦਿਆਂ ਟੀਕਾਕਾਰਾਂ ਨੇ ਕਿਹਾ ਸਤ ਸੰਗਤ ਦਾ, ਸਤ ਸੰਗੀ ਜਨਾਂ ਦਾ ਆਸਰਾ ਨਹੀਂ ਤੱਕ। ਭਾਵ ਨੇਕ ਲੋਕਾਂ ਦੀ ਸੰਗਤ ਦਾ ਕਦੇ ਖਿਆਲ ਤੇਰੇ ਅੰਦਰ ਨਹੀਂ ਫੁਰਿਆ, ਕਦੇ ਤੇਰੇ ਮਨ ਅੰਦਰ ਇਹ ਵਿਚਾਰ ਨਹੀਂ ਆਇਆ ਵੀ ਮੈਂ ਨੇਕ ਲੋਕਾਂ ਦੀ ਸੋਭਤ ਵਿੱਚ ਬੈਠਾ, ਚੰਗੇ ਲੋਕਾਂ ਦਾ ਸੰਗ ਮਾਣਾ। ਵੈਸੇ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਦਾ ਰਾਹ ਇਹ ਕਹਿੰਦਾ, ਉਹਨਾਂ ਦਾ ਉਪਦੇਸ਼ ਇਹ ਕਹਿੰਦਾ, ਤੀਰਥ ਨਹਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਗੁਰ ਗਿਆਨ ਸਾਚਾ ਥਾਨ ਤੀਰਥ, ਦਸ ਪੁਰਬ ਸਦਾ ਦਸਾਹਰਾ, ਹਉ ਨਾਮ ਹਰਿ ਕਾ ਸਦਾ ਜਾਚੋਂ ਦੇ ਪ੍ਰਭ ਧਰਣੀ ਧਰਾ। ਸੰਸਾਰ ਰੋਗੀ ਨਾਮ ਦਾਰੂ, ਤੇ ਅਗਲਾ ਬਚਨ ਬਾਕਮਾਲ ਹੈ, ਮੈਲ ਲਾਗੈ ਸੱਚ ਬਿਨਾ। ਜਿਹੜੀ ਸੱਚ ਤੋਂ ਵਾਂਝਿਆ ਹੋ ਕੇ ਮੈਲ ਲੱਗੀ ਉਹ ਲੱਥੇਗੀ ਕਿੱਥੇ? ਉਹ ਕਿਵੇਂ ਦੂਰ ਹੋਏਗੀ? ਸਾਹਿਬ ਸਤਿਗੁਰੂ ਮਹਾਰਾਜ ਆਖਦੇ ਨੇ ਨਾ ਪਰਮੇਸ਼ਰ ਨੂੰ ਜਪਿਆ, ਨਾ ਤੀਰਥ ਸੇਵੇ ਦਾ ਭਾਵ ਹੈ, ਨਾ ਨੇਕ ਲੋਕਾਂ ਦੀ ਸੰਗਤ ਮਾਣੀ ਹੈ।
ਉਹਦਾ ਚਿੰਤਨ ਕੀਤਾ ਹੈ ਕਦੇ, ਤੇ ਕੀ ਹੋ ਜਾਂਦਾ? ਚੋਟੀ ਕਾਲ ਗਹੀ। ਕਾਲ ਦੇ ਦੋ ਅਰਥ ਗੁਰਮਤਿ ਵਿੱਚ, ਗੁਰਬਾਣੀ ਵਿੱਚ ਆਉਂਦੇ ਨੇ। ਇੱਕ ਤਾਂ ਸਰੀਰਕ ਮੌਤ ਦਾ ਆਉਂਦਾ ਤੇ ਇੱਕ ਆਤਮਿਕ ਮੌਤ ਦਾ ਆਉਂਦਾ। ਮਹਾਰਾਜ ਕਹਿੰਦੇ ਨੇ ਫਿਰ ਕਾਲ ਚੋਟੀ ਫੜ ਲੈਂਦਾ। ਵਿਕਾਰਾਂ ਦੇ ਰਾਹ ਤੇ ਤੁਰਦਿਆਂ ਹੋਇਆਂ ਸੁੱਖ ਸੰਤੁਸ਼ਟੀ ਤੇ ਲੱਭਦੀ ਕਿਤੇ ਨਹੀਂ। ਨੇਕ ਪਾਸੇ ਰਾਹ ਪੈਂਡਾ ਲਿਆ ਕੋਈ ਨਹੀਂ, ਉਸ ਪਾਸੇ ਕਦਮ ਰੱਖਿਆ ਕੋਈ ਨਹੀਂ, ਤੇ ਆਤਮਿਕ ਮੌਤ ਆ ਕੇ ਘੇਰਾ ਘੱਤ ਲੈਂਦੀ ਹੈ। ਬੰਦਾ ਵਿਕਾਰਾਂ ਦੇ ਰਾਹ ਤੇ ਤੁਰ ਤੁਰ ਕੇ ਅੰਦਰੋਂ ਆਪਣਾ ਆਪਾ ਮਾਰ ਲੈਂਦਾ, ਆਪਣੇ ਵਜੂਦ ਨੂੰ ਪਲੀਤ ਕਰ ਲੈਂਦਾ। ਫਿਰ ਸਾਹਿਬ ਸਤਿਗੁਰੂ ਆਖਦੇ ਨੇ, ਦਾਰਾ ਮੀਤ ਪੂਤ ਰਤ ਸੰਪਤ ਧਨ ਪੂਰਨ ਸਭ ਮਹੀ। ਦਾਰਾ ਦਾ ਭਾਵ ਹੈ ਔਰਤ, ਮੀਤ ਮਿੱਤਰ ਨੂੰ ਕਹਿੰਦੇ ਹਨ, ਪੂਤ ਧੀਆਂ ਪੁੱਤਰ ਔਲਾਦ ਨੂੰ ਆਖਿਆ ਜਾਂਦਾ। ਰਥ ਸੰਪਤ, ਰਥ ਦਾ ਮਤਲਬ ਹੈ ਸੋਹਣੀਆਂ ਸਵਾਰੀਆਂ। ਸੰਪਤ ਦਾ ਭਾਵ ਹੈ ਧਨ ਸੰਪਦਾ, ਮਾਲ ਅਸਬਾਬ, ਦੌਲਤ, ਪ੍ਰੋਪਰਟੀ। ਧਨ ਮਾਇਆ ਕੈਸ਼। ਸਭ ਮਹੀ ਦਾ ਮਤਲਬ ਹੈ ਧਰਤੀ, ਜ਼ਮੀਨ, ਜਾਇਦਾਦ। ਸਤਿਗੁਰੂ ਕਹਿੰਦੇ ਇਹ ਸਾਰਾ ਕੁਝ ਵੀ ਹੁੰਦਾ ਹੈ, ਰਿਲੇਸ਼ਨ ਹੁੰਦੇ ਨੇ, ਪਰਿਵਾਰਕ ਰਿਸ਼ਤੇਦਾਰੀਆਂ ਹੁੰਦੀਆਂ ਨੇ, ਧਨ ਦੌਲਤ ਹੁੰਦੀ ਹੈ, ਜ਼ਮੀਨ ਜਾਇਦਾਦ ਹੁੰਦੀ ਹੈ, ਮਾਲ ਅਸਬਾਬ ਹੁੰਦਾ ਹੈ। ਇਹ ਸਾਰਾ ਕੁਝ ਅਵਰ ਸਗਲ ਮਿਥਿਆ ਇਹ ਜਾਨੋ, ਭਜਨ ਰਾਮ ਕੋ ਸਹੀ। ਸਤਿਗੁਰੂ ਆਖਦੇ ਨੇ ਜੇ ਬੰਦਾ ਇਹਨਾਂ ਦੀ ਤ੍ਰਿਸ਼ਨਾ ਵਿੱਚ ਗਰਕ ਹੈ, ਜੇ ਇਸੇ ਉਮੀਦ ਵਿੱਚ ਹੀ ਜੀਂਦਾ ਵੀ ਰਿਲੇਸ਼ਨ ਹੋਣਗੇ, ਸਾਂਝਾਂ ਹੋਣਗੀਆਂ, ਤੇ ਇਹਦੇ ਵਿੱਚ ਹੀ ਸਭ ਕੁਝ ਹੈ, ਦੌਲਤ ਵੱਧ ਹੈ, ਮਾਲ ਸਬਾਬ ਵੱਧ ਹੈ, ਤੇ ਇਹਦੇ ਵਿੱਚ ਹੀ ਜੀਵਨ ਦਾ ਅਸਲ ਸੱਚ ਤੇ ਭਲਾ ਲੁਕਿਆ ਹੋਇਆ ਹੈ। ਮਹਾਰਾਜ ਕਹਿੰਦੇ ਉਹਨੂੰ ਇਹ ਸਮਝ ਲੈਣਾ ਚਾਹੀਦਾ ਵੀ ਇਹ ਸਾਰਾ ਕੁਝ ਇੱਕ ਲਿਮਟ ਤੱਕ ਹੈ, ਇੱਕ ਹੱਦ ਤੱਕ ਹੈ, ਉਸ ਤੋਂ ਅੱਗੇ ਨਹੀਂ ਹੈ। ਇੱਕੋ ਚੀਜ਼ ਹੈ ਜਿਹੜੀ ਮਨ ਦੀ ਸੰਤੁਸ਼ਟੀ। ਕੋਈ ਜ਼ਰੂਰੀ ਥੋੜਾ ਬੰਦਾ ਵੱਡੇ ਪਰਿਵਾਰ 'ਚ ਬੈਠਾ ਹੋਵੇ ਤੇ ਮਨ ਕਰਕੇ ਵੀ ਖੁਸ਼ ਹੋਵੇ। ਇੱਥੇ ਸਤਿਗੁਰੂ ਚੇਤੇ ਰੱਖੀਏ, ਇਹਨਾਂ ਚੀਜ਼ਾਂ ਨੂੰ ਨਕਾਰ ਨਹੀਂ ਰਹੇ ਵੀ ਇਹ ਹੋਣੀਆਂ ਨਹੀਂ ਚਾਹੀਦੀਆਂ। ਕਈ ਵਾਰ ਸਾਡੀ ਵਿਆਖਿਆ ਉਲਾਰੂ ਵੀ ਹੋ ਜਾਂਦੀ ਹੈ। ਮਹਾਰਾਜ ਇਹ ਥੋੜ੍ਹਾ ਕਹਿ ਰਹੇ ਵੀ ਤੇਰਾ ਪਰਿਵਾਰ ਨਾ ਹੋਵੇ, ਬੱਚੇ ਨਾ ਹੋਣ, ਭੈਣ ਭਰਾ ਮਾਂ ਬਾਪ ਨਾ ਹੋਣ, ਰਿਸ਼ਤੇਦਾਰ ਨਾ ਹੋਣ, ਜਾਂ ਤੂੰ ਕਿਸੇ ਜ਼ਮੀਨ ਜਾਇਦਾਦ ਪ੍ਰੋਪਰਟੀ ਦਾ ਮਾਲਕ ਨਾ ਹੋਵੇਂ, ਜਾਂ ਤੇਰੇ ਕੋਲ ਖਾਣ ਪੀਣ ਪਹਿਨਣ ਦੀਆਂ ਵਸਤੂਆਂ। ਇਹ ਨਹੀਂ ਮਨਾਹੀ ਨਹੀਂ ਕਰ ਰਿਹਾ, ਇਹਨਾਂ ਚੀਜ਼ਾਂ ਤੋਂ ਭੱਜਣ ਦੀ ਗੱਲ ਨਹੀਂ ਕਰ ਰਿਹਾ। ਸਤਿਗੁਰੂ ਤੇ ਇਹ ਦੱਸ ਰਹੇ ਨੇ ਵੀ ਕੋਈ ਜ਼ਰੂਰੀ ਨਹੀਂ ਬੰਦਾ ਸੋਹਣੇ ਤੇ ਵੱਡੇ ਪਰਿਵਾਰ 'ਚ ਬੈਠਾ ਹੈ, ਰਿਸ਼ਤੇਦਾਰੀਆਂ ਨੇ, ਤੇ ਬੰਦਾ ਮਨ ਕਰਕੇ ਵੀ ਸੁਖੀ ਹੋਵੇ। ਕੋਈ ਜ਼ਰੂਰੀ ਨਹੀਂ ਦੌਲਤ ਮਾਇਆ ਦੇ ਢੇਰ ਤੇ ਬੈਠਾ ਹੈ, ਜ਼ਮੀਨ ਜਾਇਦਾਦ ਦਾ ਮਾਲਕ ਹੈ, ਤੇ ਉਹ ਮਨ ਕਰਕੇ ਵੀ ਖੁਸ਼ ਹੋਵੇ। ਸਤਿਗੁਰੂ ਤਾਂ ਕਹਿ ਰਹੇ ਨੇ ਉਹ ਜਿਹੜੀ ਖੁਸ਼ੀ, ਮਨ ਦੀ ਜਿਹੜੀ ਸੰਤੁਸ਼ਟੀ ਹੈ, ਉਹ ਜਿਹੜੀ ਸੈਟਿਸਫੈਕਸ਼ਨ ਹੈ, ਉਹ ਕਿੱਥੇ ਹੈ? ਸਤਿਗੁਰੂ ਆਖਦੇ ਭਜਨ ਰਾਮ ਕੋ ਸਹੀ। ਉਹ ਪਰਮੇਸ਼ਰ ਦੀ ਇਬਾਦਤ ਵਿੱਚ ਹੈ, ਉਸ ਵਾਹਿਗੁਰੂ ਦੇ ਗੁਣਾਂ ਨਾਲ ਜੁੜ ਕੇ ਹੈ। ਹਜ਼ੂਰ ਅੱਗੇ ਆਖਦੇ ਨੇ ਫਿਰਤ ਫਿਰਤ ਬਹੁਤੇ ਜੁਗ ਹਾਰਿਓ। ਜੁਗ ਸ਼ਬਦ ਦਾ ਅਰਥ ਦੋ ਵੀ ਹੈ। ਯੁੱਗ ਸ਼ਬਦ ਦਾ ਸਮੇਂ ਦੀ ਵੰਡ 4 ਯੁੱਗਾਂ ਤੋਂ ਵੀ ਹੈ ਪ੍ਰਚਲਿਤ ਸ਼ਬਦਾਵਲੀ ਵਿੱਚ, ਤੇ ਯੁੱਗ ਦਾ ਅਰਥ ਜਗਤ ਵੀ ਹੈ। ਯਾ ਯੁੱਗ ਮਹਿ ਏਕੈ ਕੋ ਆਇਆ, ਉਹਦਾ ਭਾਵ ਹੈ ਜਗਤ ਵਿੱਚ। ਉੱਥੇ ਯੁੱਗ ਸ਼ਬਦ ਜਿਹੜਾ ਜਗਤ ਲਈ, ਦੁਨੀਆ, ਸੰਸਾਰ ਲਈ ਵੀ ਵਰਤਿਆ। ਮਹਾਰਾਜ ਫਰਮਾਉਂਦੇ ਨੇ ਭਟਕਦਿਆਂ ਭਟਕਦਿਆਂ ਫਿਰਤ ਫਿਰਤ ਬਹੁਤੇ ਯੁੱਗ ਹਾਰਿਓ। ਬਹੁਤਾ ਫਿਰਦਿਆਂ ਫਿਰਦਿਆਂ, ਬਹੁਤਾ ਲੰਮਾ ਸਮਾਂ ਤੇ ਜਗਤ ਵਿੱਚ ਭਟਕਦਿਆਂ ਭਟਕਦਿਆਂ ਤੈਨੂੰ ਇਹ ਮਨੁੱਖਾ ਦੇਹੀ ਪ੍ਰਾਪਤ ਹੋਈ ਹੈ। ਇਹਦਾ ਤੱਤ ਭਾਵ ਕੀ ਹੈ? ਸਤਿਗੁਰੂ ਆਖਦੇ ਨੇ ਬਹੁਤ ਲੰਮੀ ਭਟਕਣਾ ਤੋਂ ਬਾਅਦ ਤੈਨੂੰ ਮਨੁੱਖਾ ਜੀਵਨ ਪ੍ਰਾਪਤ ਹੋਇਆ, ਤੈਨੂੰ ਇਹ ਅਵਸਰ ਮਿਲਿਆ, ਤੈਨੂੰ ਇਹ ਵਕਤ ਮਿਲਿਆ, ਸਮਾਂ ਮਿਲਿਆ। ਭਾਰਤੀ ਭਾਸ਼ਾ ਦੇ ਵਿੱਚ ਤੇ ਸਾਡੀ ਅਲੰਕਾਰਕ ਬੋਲੀ ਵਿੱਚ ਜਦੋਂ ਕਿਸੇ ਚੀਜ਼ ਨੂੰ ਮਹੱਤਵਪੂਰਨ ਦੱਸਣਾ ਹੋਵੇ ਤੇ ਉਹਦੇ ਪਿਛਲੇ ਦੁੱਖੜੇ ਦਾ ਜ਼ਿਕਰ ਕੀਤਾ ਜਾਂਦਾ ਹੈ। ਜਿਵੇਂ ਸਾਨੂੰ ਕੋਈ ਚੀਜ਼ ਮਿਲ ਜਾਏ ਤੇ ਕੋਈ ਬੰਦਾ ਸਾਨੂੰ ਆਖਦਾ ਵੀ ਬੜੀ ਵਧੀਆ ਚੀਜ਼ ਹੈ, ਤੇ ਆਪਾਂ ਕਹਿੰਦੇ ਵੀ ਐਵੇਂ ਨਹੀਂ ਮਿਲ ਗਈ ਹੈ, ਇਹਦੇ ਪਿੱਛੇ ਮੇਰਾ ਸਟਰਗਲ ਵੇਖ ਕਿੰਨਾ ਹੈ, ਘਾਲਣਾ ਵੇਖ ਕਿੰਨੀ ਹੈ।
ਜਾਂ ਕੋਈ ਬੰਦਾ ਕਿਸੇ ਚੀਜ਼ ਦੀ ਬੇਕਦਰੀ ਕਰ ਰਿਹਾ ਹੋਵੇ ਨਾ, ਕਿਸੇ ਚੀਜ਼ ਦੀ, ਆਪਾਂ ਕਈ ਵਾਰ ਪਰਿਵਾਰਾਂ 'ਚ ਹੀ ਵੇਖਦੇ ਹਾਂ, ਚੀਜ਼ ਮਹਿੰਗੀ ਹੋਵੇ, ਉਹਦੀ ਕੋਈ ਬੇਕਦਰੀ ਕਰੇ ਤੇ ਆਪਾਂ ਉਹਨੂੰ ਸਮਝਾਉਂਦੇ, ਤੈਨੂੰ ਪਤਾ ਹੈ ਕਿੰਨੀਆਂ ਮੁਸ਼ਕਿਲਾਂ ਨਾਲ ਮਿਲੀ ਹੈ, ਤੈਨੂੰ ਪਤਾ ਹੈ ਇਹਦੀ ਕੀਮਤ ਕੀ ਹੈ। ਉਹ ਇਸ ਕਰਕੇ ਉਹਨੂੰ ਦੱਸਿਆ ਜਾਂਦਾ ਹੈ ਵੀ ਉਹਦੀ ਕਦਰ ਕਰੇ, ਉਸ ਚੀਜ਼ ਦੀ ਬੇਕਦਰੀ ਨਾ ਕਰੇ। ਉਹ ਇਸ ਭਾਵ ਨੂੰ ਸਮਝਾਉਣ ਲਈ ਸਤਿਗੁਰੂ ਮਹਾਰਾਜ ਨੇ ਇੱਕ ਵਾਰ ਨਹੀਂ ਅਨੇਕ ਵਾਰ ਬਾਣੀ 'ਚ ਪ੍ਰਤੀਕ ਵਰਤਿਆ ਵੀ ਤੈਨੂੰ ਪਤਾ ਹੈ ਇਸ ਦੇਹ ਦਾ, ਇਸ ਮਨੁੱਖਾ ਜੀਵਨ ਦੀ ਅਹਿਮੀਅਤ ਕੀ ਹੈ, ਕਦਰ ਕੀ ਹੋਣੀ ਚਾਹੀਦੀ ਹੈ ਇਹਦੀ, ਤੂੰ ਕਰ ਕੀ ਰਿਹਾ ਇਹਦੇ ਨਾਲ। ਤਾਂ ਹੀ ਸਤਿਗੁਰੂ ਬਾਣੀ 'ਚ ਵੀ ਕਹਿ ਦਿੰਦੇ ਨਾ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਉੱਥੇ ਦੱਸਣ ਵਾਸਤੇ ਹੈ ਵੀ ਕਿੰਨਾ ਕੀਮਤੀ ਹੈ, ਇਹਦੀ ਅਹਿਮੀਅਤ ਕੀ ਹੈ, ਤੇ ਤੂੰ ਇਹਦੀ ਕਿਵੇਂ ਬੇਕਦਰੀ ਕਰਨ ਤੇ ਲੱਗਾ ਹੋਇਆ। ਸਤਿਗੁਰੂ ਆਖਦੇ ਨੇ, ਬੜੀ ਭਟਕਣਾ ਤੋਂ ਬਾਅਦ ਇਹ ਮਨੁੱਖਾ ਜੀਵਨ ਤੈਨੂੰ ਹਾਸਲ ਹੋਇਆ। ਨਾਨਕ ਕਹਿਤ ਮਿਲਨ ਕੀ ਬਰੀਆ। ਬਰੀਆ ਦਾ ਮਤਲਬ ਹੈ ਸਮਾਂ, ਵਕਤ, ਮਿਲਾਪ ਦਾ, ਜਿਸ ਨੂੰ ਮਹਾਰਾਜ ਗੁਰੂ ਅਰਜਨ ਸਾਹਿਬ ਵੀ ਕਹਿੰਦੇ, ਆਪਾਂ ਰੋਜ਼ ਇਹ ਸ਼ਬਦ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਰੀਆ ਦਾ ਮਤਲਬ ਹੈ ਸਮਾਂ, ਟਾਈਮ, ਵਾਰੀ। ਪਾਤਸ਼ਾਹ ਕਹਿੰਦੇ ਨੇ, ਨਾਨਕ ਕਹਿਤ ਮਿਲਨ ਕੀ ਬਰੀਆ, ਤੇਰੇ ਕੋਲ ਅਵਸਰ ਹੈ ਰੱਬੀ ਮਿਲਾਪ ਦਾ, ਪਰਮੇਸ਼ਰ ਦੇ ਨੇੜੇ ਹੋਣ ਦਾ, ਰੱਬੀ ਅਹਿਸਾਸ ਦਾ। ਇਸ ਲਈ ਸਤਿਗੁਰੂ ਬਾਣੀ 'ਚ ਸਮਝਾਉਂਦੇ ਨੇ, ਜਬ ਲਗ ਜਰਾ ਰੋਗ ਨਹੀਂ ਆਇਆ। ਜਰਾ ਸ਼ਬਦ ਜਿਹੜਾ ਹੈ ਇਹ ਕਮਜ਼ੋਰੀ ਲਈ ਵਰਤਿਆ ਜਾਂਦਾ ਹੈ, ਸਰੀਰਕ, ਆਤਮਕ ਤੇ ਮਾਨਸਿਕ, ਜ਼ਹਿਨੀ ਕਮਜ਼ੋਰੀ ਲਈ ਵੀ ਇਹ ਸ਼ਬਦ ਬਾਣੀ 'ਚ ਆਇਆ। ਜਬ ਲਗ ਜਰਾ ਰੋਗ ਨਹੀਂ ਆਇਆ, ਜਬ ਲਗ ਕਾਲ ਗ੍ਰਸੀ ਨਹੀਂ ਕਾਇਆ, ਜਬ ਲਗ ਵਿਕਲ ਭਈ ਨਹੀਂ ਬਾਣੀ, ਭਜ ਲੈ ਰੇ ਮਨ ਸਾਰੰਗ ਪਾਣੀ ਆਬਨਾ, ਭਜਸ ਭਜਸ ਕਬ ਭਾਈ ਆਵੈ ਅੰਤ ਨਾ ਭਜਿਆ ਜਾਏ। ਪਰ ਤੁਸੀਂ ਵੇਖੋ, ਸਾਡੀ ਸਾਰੀ ਜ਼ਿੰਦਗੀ ਦੀ ਫਿਲਾਸਫੀ ਇੱਥੇ ਖੜੀ ਹੈ, ਜੋ ਅਸੀਂ ਜੀ ਰਹੇ ਹਾਂ, ਕਰ ਲਵਾਂਗੇ, ਸਮਾਂ ਆਉਣ ਦੇ ਉੱਤੇ ਕਰ ਲਵਾਂਗੇ। ਕੋਈ ਵੀ ਚੰਗਾ ਕੰਮ ਹੈ ਇਹਨੂੰ ਅਸੀਂ ਇੰਨਾ ਅੱਗੇ ਨੂੰ ਲੈ ਜਾਂਦੇ, ਕਰ ਲਾਂਗੇ, ਕੋਈ ਗੱਲ ਨਹੀਂ, ਅਜੇ ਕਿਹੜੀ ਹੋ ਮੁੱਕੀ ਹੈ। ਸਾਡੇ ਦਾਅਵੇ ਜ਼ਿੰਦਗੀ ਦੇ ਪ੍ਰਤੀ ਏਡੇ ਵੱਡੇ ਨੇ ਵੀ ਜਿਵੇਂ ਸਭ ਕੁਝ ਸਾਡੇ ਕੰਟਰੋਲ 'ਚ ਹੀ ਚੱਲ ਰਿਹਾ ਹੈ, ਸਾਰਾ ਕੁਝ। ਪਰ ਗੁਰੂ ਪਾਤਸ਼ਾਹ ਕਹਿੰਦੇ ਨੇ, ਨਹੀਂ, ਤੇਰਾ ਜੀਵਨ ਕਿਵੇਂ ਲੰਘ ਰਿਹਾ, ਬੀਤ ਜਾ ਹੈ, ਬੀਤ ਜਾ ਹੈ ਜਨਮ ਅਕਾਜ ਰਹੇ ਭਾਈ, ਅਕਾਜ ਹੀ ਵਿਅਰਥ ਹੀ ਤੇਰਾ ਜੀਵਨ ਗੁਜ਼ਰਦਾ ਜਾ ਰਿਹਾ। ਤੈਨੂੰ ਅਹਿਸਾਸ ਨਹੀਂ ਹੈ ਵੀ ਕਿੰਨਾ ਕੀਮਤੀ ਪਲ, ਕਿੰਨੇ ਕੀਮਤੀ ਵਕਤ ਜਿਹੜਾ ਹੈ ਤੇਰੇ ਹੱਥੋਂ ਲੰਘਦਾ ਤੁਰਿਆ ਜਾ ਰਿਹਾ। ਇਹ ਤੇਰਾ ਅਵਸਰ, ਇਹ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ। ਇਸ ਨੂੰ ਸਾਹਿਬ ਬਾਣੀ 'ਚ ਵੀ ਕਹਿ ਦਿੰਦੇ ਨੇ, ਇਸ ਪੌੜੀ ਤੇ ਜੋ ਨਰ ਛੁਟਕੈ ਸੁਆਏ ਜਾਏ ਦੁੱਖ ਪਾਏਂਦਾ। ਇਸ ਪੌੜੀ ਤੇ ਜੋ ਨਰ ਚੁੱਕਾ, ਜਿਹੜਾ ਚੁੱਕ ਗਿਆ, ਉੱਕ ਗਿਆ, ਜਿਹੜਾ ਜਿਹਨੇ ਵਕਤ ਨਾ ਸੰਭਾਲਿਆ। ਸਾਹਿਬ ਸਤਿਗੁਰੂ ਕਹਿੰਦੇ ਨੇ, ਨਾਨਕ ਕਹਿਤ ਮਿਲਨ ਕੀ ਬਰੀਆ, ਸਿਮਰਤ ਕਹਾ ਨਹੀਂ, ਕਹਾ ਨਹੀਂ ਕਾਹੇ ਕਿਉਂ। ਹਿੰਦ ਕੀ ਸ਼ਬਦ ਹੈ ਕਹਾ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸਮੁੱਚੀ ਬਾਣੀ ਦੇ ਵਿੱਚ ਸ਼ਬਦਾਵਲੀ ਸਤਿਗੁਰੂ ਮਹਾਰਾਜ ਨੇ ਬੜੀ ਸਾਦੀ ਵਰਤੀ ਹੈ। ਮੈਂ ਅੱਗੇ ਵੀ ਬਿਨਾਂ ਕੀਤੀ ਸੀ, ਤੁਸੀਂ ਗੁਰੂ ਨਾਨਕ ਮਹਾਰਾਜ ਦੀ ਬਾਣੀ ਨੂੰ ਜੇ ਆਪਾਂ ਗੌਰ ਨਾਲ ਪੜ੍ਹੀਏ, ਧਿਆਨ ਨਾਲ, ਬੜੀ ਸਾਦੀ ਸ਼ਬਦਾਵਲੀ ਵੀ ਹੈ। ਫਾਰਸੀ ਦੇ ਸਤਿਗੁਰੂ ਮਹਾਰਾਜ ਨੇ ਸ਼ਬਦ ਵੀ ਆਪਣੀ ਬਾਣੀ ਵਿੱਚ ਵਰਤੇ ਨੇ, ਲਹਿੰਦੀ ਬੋਲੀ ਦੇ ਸ਼ਬਦ ਵੀ ਨੇ। ਪੰਜਵੇਂ ਪਾਤਸ਼ਾਹ ਦੀ ਬਾਣੀ 'ਚ ਵੀ ਤੁਸੀਂ ਲਹਿੰਦੀ, ਮੁਲਤਾਨੀ, ਸਰਾਇਕੀ ਬੋਲੀ ਦੇ ਸ਼ਬਦ ਪੜ੍ਹੋਗੇ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ ਕਬੀਰ ਸਾਹਿਬ ਦੀ ਬਾਣੀ ਦਾ ਆਪਣਾ ਲਹਿਜ਼ਾ, ਬੜੀ ਸਾਫ਼ ਬੋਲੀ, ਸਾਦੀ ਬੋਲੀ, ਪਰ ਜਿੱਥੇ ਜਾ ਕੇ ਜੋਗ ਮਤ ਦੀ ਸ਼ਬਦਾਵਲੀ ਵਰਤਦੇ ਨੇ ਉੱਥੇ ਬੜੇ ਮਹਿੰਗੇ ਸ਼ਬਦ ਆ ਜਾਂਦੇ ਨੇ। ਬਾਬਾ ਰਵਿਦਾਸ ਜੀ ਦੀ ਬੋਲੀ ਦਾ ਆਪਣਾ ਇੱਕ ਵੱਖਰਾ ਮੁਹਾਂਦਰ ਹੈ, ਔਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਬੋਲੀ ਤੇ ਸਤਿਗੁਰੂ ਪਾਤਸ਼ਾਹ ਦੀ ਬੋਲੀ ਦੇ ਵਿੱਚ, ਉਹਨਾਂ ਦੀ ਸ਼ਬਦਾਵਲੀ ਦੇ ਵਿੱਚ ਉਦਾਹਰਨਾਂ ਜਿਹੜੀਆਂ ਨੇ, ਇਹ ਧਿਆਨ ਮੰਗਣ ਵਾਲੀ ਚੀਜ਼ ਹੈ। ਬਾਬਾ ਨਾਮਦੇਵ ਸਾਹਿਬ ਜੀ ਦੀ ਬੋਲੀ ਦੇ ਵਿੱਚ ਤੁਸੀਂ ਉਹਨਾਂ ਦੀ ਸ਼ਬਦਾਵਲੀ 'ਚ ਮਰਾਠੀ ਦੇ ਸ਼ਬਦਾਂ ਦੀ ਬਹੁਤਾਤ ਪੜ੍ਹੋਗੇ।
ਹੁਣ ਆਪਾਂ ਸ਼ਬਦ ਦੇਖ ਵਰਤਦੇ ਹਾਂ, ਸਰਾਇਕੀ ਵਾਲੇ ਡੇਖ ਵਰਤਦੇ ਨੇ, ਦੇਖਣ ਕੂ ਮੁਸ਼ਤਾਕ ਮੁਖ ਕਿਜੇ ਹਤੋ ਧਣੀ। ਇਹ ਸਤਿਗੁਰੂ ਮਹਾਰਾਜ, ਕਿਉਂਕਿ ਉਹਨਾਂ ਸਮੇਂ 'ਚ, ਅੱਜ ਉਹ ਬੋਲੀ ਜਿਹੜੀ ਹੈ ਇੱਕ ਖਿੱਤੇ ਤੱਕ ਮਹਿਦੂਦ ਹੈ। ਪੁਰਾਣੇ ਸਮਿਆਂ 'ਚ ਹੱਦਾਂ ਨਹੀਂ ਸਨ। ਇੱਕ ਗੱਲ ਨੂੰ ਸਮਝੀਏ, ਪੁਰਾਣੇ ਸਮਿਆਂ 'ਚ ਦੇਸ਼ ਸਨ, ਪਰ ਦੇਸ਼ ਦੀਆਂ ਅੱਜ ਵਾਂਗ ਹੱਦਾਂ ਨਹੀਂ ਸਨ। ਅੱਜ ਇੱਥੇ ਸਰਹੱਦ ਹੈ, ਤੇ ਸਰਹੱਦ ਦੇ ਇੱਧਰਲੇ ਪਾਸੇ ਦੀ ਤੇ ਇੱਧਰਲੇ ਪਾਸੇ ਦੀ ਬੋਲੀ ਜਿਹੜੀ, ਉਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਪੈ ਜਾਂਦਾ ਹੈ। ਉਹਨਾਂ ਸਮਿਆਂ 'ਚ ਇਵੇਂ ਨਹੀਂ ਸੀ। ਉਹਨਾਂ ਸਮਿਆਂ 'ਚ ਇਹ ਹੁੰਦਾ ਸੀ ਵੀ ਹੌਲੀ ਹੌਲੀ ਬੋਲੀ ਨੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਬਦਲਦਿਆਂ ਵੀ ਕਈ ਕੋਹ ਲੈ ਜਾਣੇ ਨੇ। ਸੈਂਕੜੇ ਕਿਲੋਮੀਟਰਾਂ 'ਤੇ ਜਾ ਕੇ ਬੋਲੀ ਦਾ ਕਿਤੇ ਫਰਕ ਪੈਂਦਾ ਸੀ। ਅੱਜ ਵੈਸਾ ਨਹੀਂ। ਸਰਹੱਦਾਂ ਬਦਲਣ ਦੇ ਨਾਲ, ਹੱਦਾਂ ਮੁਲਕਾਂ ਦੀਆਂ ਪੱਕੀਆਂ ਹੋਣ ਦੇ ਨਾਲ ਬੋਲੀ ਵੀ ਸੀਮਤ ਦਾਇਰਿਆਂ ਵਿੱਚ ਬੱਝ ਕੇ ਰਹਿ ਗਈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿੱਥੇ ਅਨੂਪਮ ਗਿਆਨ ਦਾ ਭੰਡਾਰ ਨੇ, ਉੱਥੇ ਸਤਿਗੁਰੂ ਮਹਾਰਾਜ ਬੋਲੀਆਂ ਦੀ ਖੂਬਸੂਰਤੀ ਨੂੰ ਵੀ ਪ੍ਰਗਟ ਕਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਨੇ ਸ਼ਬਦ ਕਿੱਥੇ ਕਹੇ ਹੋਣਗੇ? ਯਕ ਅਰਜ਼ ਗੁਫਤਮ ਪੇਸ਼ ਤੋ ਧਰ ਗੋਸ਼ ਕੁਨ ਕਰਤਾਰ। ਹੇ ਕਰਤਾ, ਮੇਰੇ ਬੋਲ ਮੇਰੀ ਬਿਨੈ ਕੰਨ ਦੇ ਕੇ ਸੁਣ, ਯਾਨੀ ਧਿਆਨ ਦੇ ਕੇ ਸੁਣ। ਗੋਸ਼ ਪੁਨ ਕਰਤਾ। ਸਾਹਿਬ ਸਤਿਗੁਰੂ ਮਹਾਰਾਜ ਦੀ ਆਪਾਂ ਜਿਹੜੀ ਪੰਜਾਬੀ ਬੋਲੀ ਬੋਲਦੇ ਹਾਂ, ਇਹਦੇ ਵਿੱਚ ਵੀ ਫਾਰਸੀ ਦੇ ਕਈ ਸ਼ਬਦ ਆਪਾਂ ਬੋਲਦੇ ਹਾਂ ਜਿਨ੍ਹਾਂ ਦਾ ਸਾਨੂੰ ਪਤਾ ਨਹੀਂ। ਇਹਦੇ ਵਿੱਚ ਹਿੰਦਕੀ ਦੇ ਸ਼ਬਦ ਆਪਾਂ ਵਰਤਦੇ ਹਾਂ। ਪੰਜਾਬੀ ਬੋਲੀ ਦੇ ਕਈ ਵੱਖਰੇ ਵੱਖਰੇ ਰੂਪ ਨੇ ਜਿਹੜੇ ਅੱਜ ਵੀ ਬੋਲੇ ਜਾਂਦੇ ਨੇ, ਔਰ ਸਾਡੀ ਬੋਲੀ ਦੇ ਵਿੱਚ ਉਹ ਸ਼ਬਦਾਵਲੀ ਹੈ। ਮਹਾਰਾਜ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਕਹਾ ਕਾਹੇ ਕਿਉਂ ਨਹੀਂ ਤੂੰ ਉਸ ਨੂੰ ਸਿਮਰਦਾ, ਕਿਉਂ ਨਹੀਂ ਤੂੰ ਉਸ ਨੂੰ ਚੇਤੇ ਕਰਦਾ। ਸਹਿਬ ਮਹਾਰਾਜ ਰਹਿਮਤ ਕਰਨ। ਇਸ ਮੁਬਾਰਕ ਸ਼ਬਦ ਦਾ ਭਾਵ ਸਾਡੇ ਦਿਲ ਹਿਰਦਿਆਂ ਵਿੱਚ ਵਸੇ ਮਹਾਰਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।